प्यारे विद्यार्थी साथियों ते नाल जुड़े अध्यापक साहिबान सारिਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਪਿਆਰੇ ਵਿਦਿਆਰਥੀਓ, ਅੱਜ ਜੋ ਅਸੀਂ ਜਮਾਤ ਸ਼ੁਰੂ ਕਰਨ ਜਾ ਰਹੇ ਹਾਂ ਪੰਜਾਬੀ ਦੀ, ਇਸ ਦੇ ਵਿੱਚ ਜੋ ਮੇਨ ਸਾਡਾ ਉਦੇਸ਼ ਹੈ ਇਹਦੇ ਵਿੱਚ ਇਹੀ ਹੈ ਕਿ ਤੁਹਾਡੀ ਚੰਗੀ ਕਾਰਗੁਜ਼ਾਰੀ ਦੇ ਰਾਹੀਂ ਤੁਹਾਨੂੰ ਵਧੀਆ ਜਿਹੜਾ ਨਤੀਜਾ ਹੈਗਾ ਉਹ ਪ੍ਰਾਪਤ ਹੋ ਸਕੇ। ਅੱਜ ਦੀ ਜਿਹੜੀ ਜਮਾਤ ਹੈ ਇਹਦਾ ਇੱਕ ਹੋਰ ਵੀ ਉਦੇਸ਼ ਜਿਹੜਾ ਜ਼ਿਆਦਾ ਹੋ ਜਾਂਦਾ, ਕਿਉਂਕਿ ਕੜਾਕੇ ਦੀ ਠੰਡ ਦੇ ਕਾਰਨ ਪੰਜਾਬ ਸਰਕਾਰ ਵੱਲੋਂ ਜੋ ਛੁੱਟੀਆਂ ਕੀਤੀਆਂ ਗਈਆਂ ਨੇ ਉਹਦੇ ਕਰਕੇ ਤੁਹਾਨੂੰ 8 ਦਿਨ ਹੋਰ ਸਕੂਲ ਜਿਹੜਾ ਉਹ ਘੱਟ ਜਾਣਾ ਪਵੇਗਾ। ਤਾਂ ਕਿਸ ਤਰੀਕੇ ਦੇ ਨਾਲ ਅਸੀਂ ਘਰੇ ਬੈਠ ਕੇ ਤਿਆਰੀ ਕਰ ਸਕਦੇ ਹਾਂ, ਤਾਂ ਉਸ ਨੂੰ ਅੱਜ ਆਪਾਂ ਜਾਣਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲੇ ਵਿਦਿਆਰਥੀਓ ਪੰਜਾਬੀ ਦਾ ਜੋ ਪੇਪਰ ਪੈਟਰਨ ਹੈ ਉਹ ਕਿਸ ਤਰੀਕੇ ਦੇ ਨਾਲ ਤੁਸੀਂ ਉਹਨੂੰ ਅਟੈਂਪਟ ਕਰਨਾ ਹੈ, ਕਿਸ ਤਰੀਕੇ ਦੇ ਉਹਦੇ ਵਿੱਚ ਪ੍ਰਸ਼ਨ ਹੋਣਗੇ, ਆਪਾਂ ਉਹਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਇਹਦੇ ਵਿੱਚ ਵਿਦਿਆਰਥੀਓ ਸਾਡੇ ਕੋਲੇ 15 ਪ੍ਰਸ਼ਨ ਜਿਹੜੇ ਹੈ ਉਹ ਪੇਪਰ ਦੇ ਵਿੱਚ ਤੁਹਾਨੂੰ ਆਉਣਗੇ, ਜਿਨ੍ਹਾਂ ਦੇ ਵਿੱਚੋਂ 14 ਪ੍ਰਸ਼ਨ ਜਿਹੜੇ ਆ ਉਹ ਇੱਕ ਤਰ੍ਹਾਂ ਦੇ ਆਪਾਂ ਥਿਊਰੀ ਵਜੋਂ ਗਿਣ ਸਕਦੇ ਹਾਂ, ਭਾਵ ਕਿ ਜਿਨ੍ਹਾਂ ਨੂੰ ਤੁਸੀਂ ਲਿਖ ਕੇ ਕਰਨਾ ਹੋਊਗਾ। ਤੇ ਜਿਹੜਾ ਪਹਿਲਾ ਪ੍ਰਸ਼ਨ ਹੈ ਉਹ ਇੱਕ ਸੁੰਦਰ ਲਿਖਾਈ ਦੇ ਅੰਕ ਵਜੋਂ, ਸੁੰਦਰ ਲਿਖਾਈ ਦਾ ਮਤਲਬ ਇਹ ਨਹੀਂ ਵੀ ਤੁਹਾਨੂੰ ਕੋਈ ਪਹਿਰਾ ਦਿੱਤਾ ਜਾਵੇਗਾ ਤਾਂ ਤੁਸੀਂ ਉਹਦੀ ਸੁੰਦਰ ਲਿਖਾਈ ਕਰਨੀ ਹੈ। ਸੁੰਦਰ ਲਿਖਾਈ ਦੇ ਅੰਕ ਤੋਂ ਭਾਵ ਹੈ ਕਿ ਤੁਸੀਂ ਸਾਰਾ ਪੇਪਰ ਜਿਹੜਾ ਉਹ ਵਧੀਆ ਲਿਖਾਈ ਦੇ ਵਿੱਚ ਕਰਨਾ, ਤਾਂ ਸਾਰੇ ਪੇਪਰ ਦੀ ਲਿਖਾਈ ਦੇਖ ਕੇ ਹੀ ਤੁਹਾਨੂੰ ਜਿਹੜੇ 5 ਨੰਬਰ ਹੈ ਉਹ ਵਾਧੂ ਦਿੱਤੇ ਜਾਣਗੇ। ਤਾਂ ਇਹਦੇ ਵਿੱਚ ਇੱਕ ਖਾਸ ਗੱਲ ਧਿਆਨ ਦੇਣ ਦੀ ਇਹ ਹੈ ਵਿਦਿਆਰਥੀਓ ਕਿ ਸੁੰਦਰ ਲਿਖਾਈ ਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਉੱਥੇ ਮੋਤੀ ਪਰੋਣੇ ਸ਼ੁਰੂ ਕਰ ਦੇਣੇ, ਕਿਉਂਕਿ ਸਾਡੇ ਕੋਲ ਇੱਕ ਨਿਰਧਾਰਤ ਸਮਾਂ ਹੋਵੇਗਾ, ਭਾਵ ਕਿ ਸਾਡੇ ਕੋਲ 3 ਘੰਟੇ ਹੋਣਗੇ ਤੇ ਉਹ 3 ਘੰਟਿਆਂ ਦੇ ਵਿੱਚ ਅਸੀਂ ਜੋ ਵੀ ਇਹ ਸਾਡੇ 14 ਪ੍ਰਸ਼ਨ ਨੇ ਸੁੰਦਰ ਲਿਖਾਈ ਤੋਂ ਇਲਾਵਾ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਹੱਲ ਕਰਨਾ ਹੋਵੇਗਾ। ਤਾਂ ਸੁੰਦਰ ਲਿਖਾਈ ਤੋਂ ਭਾਵ ਹੈ ਕਿ ਤੁਸੀਂ ਉੱਥੇ ਕੋਈ ਕਟਿੰਗ ਨਹੀਂ ਕਰਨੀ, ਸਾਫ਼ ਸੁਥਰੀ ਲਿਖਾਈ ਕਰਨੀ ਹੈ ਜਿਹੜੀ ਕਿ ਚੈੱਕ ਕਰਨ ਵਾਲੇ ਅਧਿਆਪਕ ਸਾਹਿਬਾਨ ਨੂੰ ਆਸਾਨੀ ਦੇ ਨਾਲ ਸਮਝ ਆ ਜਾਵੇ। ਤਾਂ ਵਿਦਿਆਰਥੀਓ ਆਪਾਂ ਗੱਲ ਕਰਦੇ ਹਾਂ ਪਹਿਲੇ ਨੰਬਰ ਤੇ ਸੁੰਦਰ ਲਿਖਾਈ ਦੇ ਤੁਹਾਨੂੰ ਜਿਹੜੇ 5 ਅੰਕ ਦਿੱਤੇ ਜਾਣਗੇ। ਉਸ ਤੋਂ ਬਾਅਦ ਹੈ ਦੂਜੇ ਨੰਬਰ ਦੇ ਉੱਪਰ ਕਿਤਾਬ ਵਿੱਚੋਂ ਤੁਹਾਨੂੰ ਵਿਦਿਆਰਥੀਓ ਤੁਹਾਡੇ 1 ਤੋਂ ਲੈ ਕੇ 27 ਤੱਕ ਜਿਹੜੇ ਪਾਠ ਨੇ ਉਹਨਾਂ ਦੇ ਵਿੱਚੋਂ ਕਵਿਤਾਵਾਂ ਦੇ 7 ਪਾਠ ਨੇ, ਉਹਨਾਂ ਨੂੰ ਕੱਢ ਕੇ ਬਾਕੀ ਜਿਹੜੇ 20 ਪਾਠ ਬਚਦੇ ਨੇ ਉਹਨਾਂ 20 ਪਾਠਾਂ ਦੇ ਵਿੱਚੋਂ ਤੁਹਾਨੂੰ ਜਿਹੜੇ ਆ 2 ਪਹਿਰੇ ਦਿੱਤੇ ਜਾਣਗੇ। ਤੁਹਾਨੂੰ ਪਹਿਲਾਂ ਹੀ ਵਿਦਿਆਰਥੀਓ ਅਸੀਂ ਗਿਆਨ ਕੁਰੰਬਲ ਦੀਆਂ ਕਿਤਾਬਾਂ ਜਿਹੜੀਆਂ ਨਾਮ ਦੀਆਂ ਉਹ ਵੰਡ ਚੁੱਕੇ ਆ, ਪਿਛਲੇ ਸਾਲ ਵੀ ਵੰਡੀਆਂ ਸੀ ਤੇ ਇਸ ਸਾਲ ਵੀ ਵੰਡੀਆਂ ਨੇ। ਤਾਂ ਉਹਨਾਂ ਕਿਤਾਬਾਂ ਦੇ ਵਿੱਚ ਤੁਹਾਨੂੰ ਹਰੇਕ ਪਾਠ ਦੇ ਵਿੱਚੋਂ 2-2 ਪਹਿਰੇ ਦਿੱਤੇ ਗਏ ਨੇ। 2-2 ਪਹਿਰਿਆਂ ਦੇ ਵਿੱਚੋਂ ਗਾਂ 5-5 ਜਿਹੜੇ ਪ੍ਰਸ਼ਨ ਹੈ ਉਹ ਬਣਾ ਕੇ ਦਿੱਤੇ ਗਏ ਨੇ ਤਾਂ ਕਿ ਤੁਸੀਂ ਉਹਨੂੰ ਵਧੀਆ ਤਰੀਕੇ ਨਾਲ ਹੱਲ ਕਰ ਸਕੋ। ਯਕੀਨ ਮੰਨਿਓ, ਜੇਕਰ ਤੁਸੀਂ ਉਸ ਗਿਆਨ ਕੁਰੰਬਲ ਕਿਤਾਬ ਨੂੰ ਜਿੰਨੇ ਵੀ ਉਹਦੇ ਪਾਠ ਨੇ ਉਹਨਾਂ ਦੇ ਵਿੱਚ ਪ੍ਰਸ਼ਨ ਜਿਹੜੇ ਦਿੱਤੇ ਹੋਏ ਨੇ ਬਹੁ ਵਿਕਲਪੀ ਪਹਿਰਿਆਂ ਦੇ ਆਧਾਰ ਤੇ, ਜੇਕਰ ਤੁਸੀਂ ਉਹਨਾਂ ਨੂੰ ਹੱਲ ਕਰ ਲੈਂਦੇ ਹੋ, ਜਿਵੇਂ ਤੁਹਾਡੇ ਕੋਲੇ ਹੁਣ 8 ਛੁੱਟੀਆਂ ਨੇ, ਘਰੇ ਬੈਠ ਕੇ ਤੁਸੀਂ ਉਹਨੂੰ ਹੱਲ ਕਰ ਲੈਂਦੇ ਹੋ, ਤਾਂ ਤੁਹਾਡਾ ਇਹ 10 ਨੰਬਰ ਜਿਹੜੇ ਹੈ ਸਮਝ ਲਓ ਪੱਕੇ ਹੋ ਜਾਂਦੇ ਉੱਥੇ। ਪਹਿਲਾਂ ਇਹ ਇੱਕ ਜਿਹੜਾ ਪ੍ਰਸ਼ਨ ਹੈ ਉਹਦੇ ਵਿੱਚ ਜਿਹੜਾ ਪਹਿਰਾ ਹੋਵੇਗਾ ਤਾਂ ਉਹਦੇ ਵਿੱਚੋਂ 5 ਜਿਹੜੇ ਬਹੁ ਵਿਕਲਪੀ ਪ੍ਰਸ਼ਨ ਆਉਣਗੇ। ਉਸ ਤੋਂ ਬਾਅਦ ਤੀਜੇ ਨੰਬਰ ਦਾ ਜਿਹੜਾ ਪ੍ਰਸ਼ਨ ਹੈ ਉਹਦੇ ਵਿੱਚੋਂ ਵੀ ਤੁਹਾਨੂੰ ਇੱਕ ਜਿਹੜਾ ਪਹਿਰਾ ਉਹ ਦਿੱਤਾ ਜਾਵੇਗਾ। ਇਹ ਪਹਿਰਾ ਜਿਹੜਾ 400 ਤੋਂ 500 ਸ਼ਬਦਾਂ ਦਾ ਜਿਹੜਾ ਪਹਿਰਾ ਹੋਵੇਗਾ, ਤਾਂ ਉਹਦੇ ਵਿੱਚੋਂ ਫਿਰ ਤੁਸੀਂ ਜਿਹੜੇ ਹੈ ਉਹ 5 ਪ੍ਰਸ਼ਨਾਂ ਦੇ ਉੱਤਰ ਜਿਹੜੇ ਹੈ ਉਹ ਕਰਨੇ ਹੋਣਗੇ। ਆਪਾਂ ਇਹਦੇ ਬਾਰੇ ਵਿਸਥਾਰ ਵਿੱਚ ਅੱਗੇ ਗੱਲ ਕਰਦੇ ਹਾਂ, ਪਹਿਲਾਂ ਆਪਾਂ ਪੇਪਰ ਬਾਰੇ ਥੋੜੀ ਜਿਹੀ ਗੱਲ ਕਰ ਲਈਏ। ਤਾਂ ਉਸ ਤੋਂ ਬਾਅਦ ਵਿਦਿਆਰਥੀਓ ਤੁਹਾਡੇ ਕੋਲੇ ਪ੍ਰਸ਼ਨ ਨੰਬਰ 4, 5, 6 ਤੇ 7 ਇਹਦੇ ਵਿੱਚ ਤੁਹਾਨੂੰ ਜਿਹੜੇ ਹੈ ਉਹ 2 ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਣਗੇ, ਇੱਕ ਵਸਤੂਨਿਸ਼ਟ ਪ੍ਰਸ਼ਨ ਹੋਣਗੇ ਤੇ ਇੱਕ ਬਹੁ ਵਿਕਲਪੀ ਪ੍ਰਸ਼ਨ ਹੋਣਗੇ। ਇਹ ਜਿਹੜੇ ਪ੍ਰਸ਼ਨ ਹੈ ਉੱਪਰ ਤੁਹਾਨੂੰ ਜਿਹੜੇ 2 ਪਹਿਰੇ ਦਿੱਤੇ ਹੈ ਇਹਨਾਂ ਦੇ ਵਿੱਚੋਂ ਹੀ ਵਿਆਕਰਨ ਦੇ ਆਧਾਰ ਦੇ ਉੱਤੇ ਜਿਹੜੇ ਪ੍ਰਸ਼ਨ ਹੈ ਇਹ ਪੁੱਛੇ ਜਾਣਗੇ। ਇਹ ਕੁੱਲ 20 ਨੰਬਰ ਇਹਦੇ ਹੋਣਗੇ, ਤਾਂ ਇਹਦੇ ਬਾਰੇ ਵੀ ਆਪਾਂ ਵਿਸਥਾਰ ਵਿੱਚ ਅੱਗੇ ਗੱਲ ਕਰਦੇ ਹਾਂ। ਉਸ ਤੋਂ ਬਾਅਦ ਵਿਦਿਆਰਥੀਓ ਤੁਹਾਨੂੰ 8ਵੇਂ ਨੰਬਰ ਦੇ ਉੱਪਰ ਜਿਹੜੀਆਂ ਤੁਹਾਡੀਆਂ 7 ਕਵਿਤਾਵਾਂ ਨੇ ਉਹਦੇ ਵਿੱਚੋਂ ਕੋਈ ਵੀ 2 ਜਿਹੜੇ ਹੈ 4-4 ਲਾਈਨਾਂ ਜਿਹੜੀਆਂ ਤੁਹਾਨੂੰ ਦਿੱਤੀਆਂ ਜਾਣਗੀਆਂ, ਤਾਂ ਉਹਦੇ ਵਿੱਚੋਂ ਤੁਸੀਂ ਉਹਨਾਂ ਦਾ ਜਿਹੜਾ ਭਾਵ ਅਰਥ ਹੈ ਉਹ ਸਪਸ਼ਟ ਕਰਨਾ ਹੋਊਗਾ। ਇਹ ਵਿਦਿਆਰਥੀਓ 4 ਨੰਬਰ ਦਾ ਹੋਵੇਗਾ। 9ਵੇਂ ਨੰਬਰ ਤੇ ਤੁਹਾਡੇ ਕੋਲੇ ਵਿਦਿਆਰਥੀਓ ਪਾਠ ਪੁਸਤਕ ਜਿਹੜੀ ਤੁਹਾਡੀ ਹੈ 1 ਤੋਂ ਲੈ ਕੇ 27 ਤੱਕ, ਤਾਂ ਇਹਦੇ ਵਿੱਚ ਤੁਹਾਨੂੰ 7 ਪ੍ਰਸ਼ਨ ਜਿਹੜੇ ਹੈ ਉਹ ਦਿੱਤੇ ਜਾਣਗੇ। ਤਾਂ 7 ਦੇ ਵਿੱਚੋਂ ਕੋਈ ਤੁਸੀਂ 5 ਪ੍ਰਸ਼ਨ ਜਿਹੜੇ ਹੈ ਉਹ ਕਰਨੇ ਹੋਣਗੇ ਤੇ ਹਰੇਕ ਪ੍ਰਸ਼ਨ ਦੇ 2 ਅੰਕ ਹੋਣਗੇ। ਤਾਂ ਭਾਵ 5 ਨੂੰ ਜੇ ਆਪਾਂ 2 ਨਾਲ ਕਰੀਏ ਤਾਂ 10 ਨੰਬਰ ਤੁਹਾਡੇ ਇਸ ਜਿਹੜੇ 9ਵੇਂ ਪ੍ਰਸ਼ਨ ਦੇ ਉਹ ਬਣਨਗੇ। ਉਸ ਤੋਂ ਬਾਅਦ ਵਿਦਿਆਰਥੀਓ 10ਵੇਂ ਨੰਬਰ ਤੇ ਤੁਹਾਨੂੰ 8 ਮੁਹਾਵਰੇ ਦਿੱਤੇ ਜਾਣਗੇ। 8 ਮੁਹਾਵਰਿਆਂ ਦੇ ਵਿੱਚੋਂ ਕੋਈ 5 ਮੁਹਾਵਰੇ ਤੁਸੀਂ ਕਰਨੇ ਹੋਣਗੇ। ਇਹਦੇ ਵੀ ਇੱਕ ਮੁਹਾਵਰੇ ਦੇ ਤੁਹਾਨੂੰ 2 ਨੰਬਰ ਮਿਲਣਗੇ, ਤਾਂ ਭਾਵ 10 ਨੰਬਰ ਦਾ ਜਿਹੜਾ ਤੁਹਾਡਾ 10ਵਾਂ ਪ੍ਰਸ਼ਨ ਹੋ ਜਾਵੇਗਾ। 11ਵੇਂ ਨੰਬਰ ਤੇ ਸਾਡੇ ਕੋਲੇ ਹੈ ਵਾਕ ਵਿੱਚੋਂ ਨਾਮ, ਪੜਨਾਮ, ਕਿਰਿਆ ਜਾਂ ਵਿਸ਼ੇਸ਼ਣ ਦੀ ਪਛਾਣ,
ਭਾਵ ਕਿ ਤੁਹਾਨੂੰ ਇੱਕ ਵਾਕ ਦਿੱਤਾ ਜਾਵੇਗਾ ਤਾਂ ਉਹਦੇ ਵਿੱਚੋਂ ਤੁਸੀਂ ਪਛਾਣ ਕਰਨੀ ਹੋਊਗੀ ਜਿਹੜੀ ਵੀ ਚੀਜ਼ ਉਹਨਾਂ ਨੇ ਤੁਹਾਨੂੰ ਪ੍ਰਸ਼ਨ ਸੈੱਟ ਕਰਨ ਵਾਲੇ ਨੇ ਜਿਹੜੀ ਤੁਹਾਨੂੰ ਕਿਹਾ ਜਾਵੇਗਾ ਵੀ ਇਹ ਚੋਂ ਨਾਮ ਚੁਣੋ ਜਾਂ ਪੜਨਾਮ ਚੁਣੋ, ਤਾਂ ਉਹ ਤੁਹਾਨੂੰ ਉਹਦੇ ਵਿੱਚੋਂ ਲੱਭਣ ਲਈ ਕਿਹਾ ਜਾਵੇਗਾ। ਉਸ ਤੋਂ ਬਾਅਦ ਸਾਡੇ ਕੋਲੇ 12ਵੇਂ ਨੰਬਰ ਦੇ ਉੱਪਰ ਲੇਖ, ਤੁਹਾਨੂੰ 5 ਵਿਸ਼ੇ ਦੇ ਕੇ ਇੱਕ ਲੇਖ ਲਿਖਣ ਲਈ ਕਿਹਾ ਜਾਊਗਾ, ਤਾਂ ਇਸ ਲੇਖ ਦੇ ਜਿਹੜੇ ਵਿਦਿਆਰਥੀ ਉਹ 10 ਅੰਕ ਹੋਣਗੇ। ਉਸ ਤੋਂ ਅੱਗੇ ਆ ਸਾਡੇ ਕੋਲੇ 13ਵਾਂ ਪ੍ਰਸ਼ਨ। 13ਵਾਂ ਪ੍ਰਸ਼ਨ ਦੇ ਵਿੱਚ ਵਿਦਿਆਰਥੀਓ ਤੁਹਾਨੂੰ ਕੋਈ ਵੀ 2 ਜਿਹੜੇ ਹੈ ਉਹ ਬਿਨੇ ਪੱਤਰ ਲਿਖਣ ਲਈ ਕਹੇ ਜਾਣਗੇ, ਕਿਉਂਕਿ ਤੁਹਾਡੇ ਸਿਲੇਬਸ ਦੇ ਵਿੱਚ ਪੱਤਰ ਕੋਈ ਵੀ ਨਹੀਂ ਹੈ, ਤੁਹਾਡੇ ਸਿਲੇਬਸ ਦੇ ਵਿੱਚ ਸਿਰਫ ਬਿਨੇ ਪੱਤਰ ਹੀ ਹੈ, ਤਾਂ ਤੁਹਾਨੂੰ ਕੋਈ ਇੱਕ ਬਿਨੇ ਪੱਤਰ ਜਿਹੜਾ 2 ਵਿਸ਼ੇ ਦੇ ਕੇ ਲਿਖਣ ਲਈ ਕਿਹਾ ਜਾਊਗਾ, ਤਾਂ ਇਹਦੇ ਵਿਦਿਆਰਥੀਓ 8 ਨੰਬਰ ਹੋਣਗੇ। ਉਸ ਤੋਂ ਅੱਗੇ ਹੈ ਸਾਡੇ ਕੋਲੇ ਕਿਰਿਆ ਆਧਾਰਿਤ ਪ੍ਰਸ਼ਨ, ਭਾਵ ਕਿ ਤੁਹਾਨੂੰ ਇੱਕ ਡੱਬਾ ਦਿੱਤਾ ਜਾਵੇਗਾ, ਡੱਬੇ ਦੇ ਵਿੱਚ ਜਿਹੜੇ ਸ਼ਬਦ ਹੈ ਉਹ ਤੋੜ ਕੇ ਲਿਖੇ ਹੋਣਗੇ, ਅੱਖਰ ਦੇ ਨਾਲ ਲਗਾਂ ਵੀ ਹੋਣਗੀਆਂ, ਤਾਂ ਤੁਸੀਂ ਉਹਨਾਂ ਦੇ ਸ਼ਬਦ ਜਿਹੜੇ ਆ ਕੋਈ ਵੀ ਸਾਰਥਕ ਸ਼ਬਦ ਬਣਾਉਣੇ ਹੋਣਗੇ, ਤਾਂ 8 ਸਾਰਥਕ ਸ਼ਬਦ ਲੱਭਣ ਦੇ ਉੱਪਰ ਤੁਹਾਨੂੰ ਉਹਦੇ 8 ਨੰਬਰ ਜਿਹੜੇ ਆ ਉਹ ਮਿਲਣਗੇ। ਤਾਂ ਆਖਿਰ ਦੇ ਵਿੱਚ ਸਾਡੇ ਕੋਲੇ ਜਿਹੜਾ ਵਿਦਿਆਰਥੀਓ 15ਵਾਂ ਪ੍ਰਸ਼ਨ ਹੈ, ਇਹਦੇ ਵਿੱਚ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਜਾਂ ਤੁਹਾਡੇ ਸਿਲੇਬਸ ਵਿੱਚ ਜੋ ਵੀ ਵਿਆਕਰਨ ਦੇ ਆਧਾਰ ਦੇ ਉੱਤੇ ਹੈ, ਭਾਵੇਂ ਸੰਬੰਧਕ ਹੋਣ ਭਾਵੇਂ ਯੋਜਕ ਹੋਣ, ਉਹਦੀ ਜਿਹੜੀ ਪਰਿਭਾਸ਼ਾ ਲਿਖਣ ਲਈ ਜਾਂ ਇਸ ਦੇ ਨਾਲ ਕੋਈ ਰਲਦਾ ਹੋਰ ਪ੍ਰਸ਼ਨ ਜਿਹੜਾ ਉਹ ਕਰਨ ਦੇ ਲਈ ਕਿਹਾ ਜਾਵੇਗਾ। ਤਾਂ ਇਸ ਤੋਂ ਅੱਗੇ ਆਪਾਂ ਚੱਲਦੇ ਆ, ਇਹ ਤਾਂ ਸਾਡੀ ਫੁੱਲ ਜੋ ਪੇਪਰ ਹੈ ਉਹਦਾ ਪੈਟਰਨ ਹੈ। ਹੁਣ ਅਸੀਂ ਗੱਲ ਕਰਦੇ ਆ ਵੀ ਜਿਵੇਂ ਸਾਡੇ ਕੋਲੇ ਸਮੇਂ ਦੀ ਥੋੜ ਹੈ, ਤਾਂ ਕਿਹੜਾ ਇਸ ਪੈਟਰਨ ਦੇ ਵਿੱਚ ਮੇਨ ਫੋਕਸ ਕਰਨ ਵਾਲੀ ਜਗ੍ਹਾ ਜਿੱਥੇ ਅਸੀਂ ਘੱਟ ਤਿਆਰੀ ਦੇ ਨਾਲ ਚੰਗੇ ਨੰਬਰ ਜਿਹੜੇ ਆ ਉਹ ਪ੍ਰਾਪਤ ਕਰ ਸਕਦੇ ਆ। ਤਾਂ ਵਿਦਿਆਰਥੀਓ ਇਹ ਲਾਲ ਰੰਗ ਦੇ ਜਿਹੜੇ ਮੈਂ ਕੀਤੇ ਹੋਏ ਨੇ, ਇਹ ਇਹੋ ਜਿਹੇ ਵਿੱਚੋਂ ਪੈਟਰਨ ਹੈ ਜਿਹਨੂੰ ਤੁਸੀਂ ਘੱਟ ਤੋਂ ਘੱਟ ਤਿਆਰੀ ਦੇ ਨਾਲ ਵਧੀਆ ਨੰਬਰ ਲਿਆ ਸਕਦੇ ਹੋ। ਜਿਹੜਾ ਆਪਾਂ ਲਾਲ ਕੀਤਾ ਹੋਇਆ ਇਹਦੇ ਵਿੱਚ 55 ਨੰਬਰ ਜਿਹੜੇ ਉਹ ਬਣਦੇ ਆ, ਯਾਨੀ ਕਿ ਪਹਿਲੇ ਨੰਬਰ ਤੇ ਸੁੰਦਰ ਲਿਖਾਈ, ਤਾਂ ਤੁਸੀਂ ਸੁੰਦਰ ਲਿਖਾਈ ਦੇ ਲਈ ਕੁਝ ਯਾਦ ਨਹੀਂ ਕਰਨਾ, ਸਿਰਫ ਲਿਖਾਈ ਆਪਦੀ ਸੋਹਣੀ ਕਰਨੀ ਹੈ, ਤਾਂ ਇਹ 5 ਨੰਬਰ ਤੁਹਾਨੂੰ ਮਿਲ ਜਾਣਗੇ। ਉਸ ਤੋਂ ਬਾਅਦ ਕਿਤਾਬ ਦਾ ਪਹਿਰਾ ਜਿਹੜਾ, ਤਾਂ ਇਹ ਬਹੁਤ ਹੀ ਆਸਾਨੀ ਦੇ ਨਾਲ ਤੁਸੀਂ ਇਹ ਚੋਂ ਜਿਹੜੇ ਉੱਤਰ ਹੈ ਉਹ ਲੱਭ ਸਕਦੇ ਹੋ। ਤੁਹਾਨੂੰ ਅੱਗੇ ਜਾ ਕੇ ਮੈਂ ਇਹਦੇ ਬਾਰੇ ਦੱਸਾਂਗਾ ਕਿ ਕਿਸ ਤਰੀਕੇ ਦੇ ਨਾਲ ਪਹਿਰਿਆਂ ਦੇ ਵਿੱਚੋਂ ਅਸੀਂ ਉੱਤਰ ਜਿਹੜੇ ਹੈ ਉਹ ਲੱਭਣੇ ਨੇ। ਤਾਂ 3rd ਨੰਬਰ ਦੇ ਉੱਪਰ ਵੀ ਸਾਡੇ ਕੋਲੇ ਵਿਦਿਆਰਥੀਓ ਇਸੇ ਤਰ੍ਹਾਂ ਦਾ ਇੱਕ ਪਹਿਰਾ ਆਵੇਗਾ, ਜਿਹਦੇ ਵਿੱਚ 5 ਜਿਹੜੇ ਹੈ ਉਹ ਬਹੁ ਵਿਕਲਪੀ ਪ੍ਰਸ਼ਨ ਹੋਣਗੇ, ਤਾਂ ਇਹਨਾਂ ਦੇ ਉੱਤਰ ਵੀ ਤੁਸੀਂ ਆਸਾਨੀ ਦੇ ਨਾਲ ਬਿਨਾਂ ਕੋਈ ਯਾਦ ਕੀਤੇ ਹੋਏ, ਕਿਉਂਕਿ ਵਿੱਚੋਂ ਹੀ ਲੱਭਣੇ ਆ, ਇਸ ਲਈ ਕੋਈ ਤੁਹਾਨੂੰ ਯਾਦ ਕਰਨ ਦੀ ਲੋੜ ਨਹੀਂ, ਸਿਰਫ ਤੁਹਾਨੂੰ ਇੱਕ ਦੀ ਤਕਨੀਕ ਹੋਣੀ ਚਾਹੀਦੀ ਹੈ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਅਸੀਂ ਉੱਤਰ ਇਹਦਾ ਉਹ ਲੱਭ ਕੇ ਦੇਣਾ ਹੈ। ਉਸ ਤੋਂ ਬਾਅਦ ਹੈ ਵਿਦਿਆਰਥੀਓ 4, 5, 6 ਤੇ 7, ਇਹ 4 ਪ੍ਰਸ਼ਨ ਜਿਹੜੇ ਮਿਲ ਕੇ 20 ਨੰਬਰ ਬਣਦੇ ਆ। ਤਾਂ ਇਹ ਬਹੁਤ ਹੀ ਆਸਾਨੀ ਦੇ ਨਾਲ, ਕਿਉਂਕਿ ਜੇਕਰ ਤੁਸੀਂ ਵਿਆਕਰਨ ਨੂੰ ਇੱਕ ਵਾਰੀ ਸਮਝ ਲੈਂਦੇ ਹੋ, ਨਾਮ ਕੀ ਹੈ, ਪੜਨਾਮ ਕੀ ਹੈ, ਕਿਰਿਆ ਕੀ ਹੈ, ਵਿਸ਼ੇਸ਼ਣ ਕੀ ਹੈ, ਜੇਕਰ ਤੁਸੀਂ ਇਹਨੂੰ ਆਸਾਨੀ ਨਾਲ ਵਿਦਿਆਰਥੀਓ ਸਮਝ ਲੈਂਦੇ ਹੋ, ਤਾਂ ਇਹ 20 ਨੰਬਰ ਜਿਹੜੇ ਹੈ ਤੁਸੀਂ ਆਸਾਨੀ ਦੇ ਨਾਲ ਪ੍ਰਾਪਤ ਕਰ ਸਕਦੇ ਹੋ। ਉਸ ਤੋਂ ਬਾਅਦ ਅਸੀਂ 10ਵੇਂ ਪ੍ਰਸ਼ਨ ਤੇ ਜਾਂਦੇ ਹਾਂ। 8 ਮੁਹਾਵਰੇ ਤੁਹਾਨੂੰ ਦੇ ਕੇ 5 ਮੁਹਾਵਰੇ ਜਿਹੜੇ ਆ ਉਹ ਵਾਕਾਂ ਵਿੱਚ ਵਰਤੋਂ ਕਰਨ ਲਈ ਕਿਹਾ ਜਾਵੇਗਾ। ਤਾਂ ਇਹ ਵੀ ਵਿਦਿਆਰਥੀ ਜਿਹੜੇ ਮੁਹਾਵਰੇ ਹੈ ਇਹਨਾਂ ਨੂੰ ਤੁਸੀਂ ਇੱਕ ਵਾਰੀ ਜੇ ਮੰਨ ਲਓ ਸਾਰੇ ਮੁਹਾਵਰਿਆਂ ਨੂੰ ਪੜ੍ਹ ਲਓ, ਕਿਉਂਕਿ ਮੈਂ ਪੇਪਰ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਵਿਦਿਆਰਥੀ ਕੋਈ ਮੁਹਾਵਰੇ ਦੇ ਪਹਿਲਾਂ ਅਰਥ ਲਿਖਦੇ ਆ, ਅਰਥ ਲਿਖਣ ਤੋਂ ਬਾਅਦ ਕਈ ਵਾਰੀ ਉਹਨਾਂ ਨੂੰ ਅਰਥ ਨਹੀਂ ਆਉਂਦੇ ਹੁੰਦੇ ਤਾਂ ਉਹ ਵਾਕ ਨੂੰ ਲਿਖਦੇ ਨਹੀਂ ਛੱਡ ਦਿੰਦੇ ਆ। ਪਰ ਇੱਥੇ ਤੁਸੀਂ ਧਿਆਨ ਨਾਲ ਪੜ੍ਹੋਗੇ ਤਾਂ ਉੱਪਰ ਲਿਖਿਆ ਹੁੰਦਾ ਕਿਸੇ 5 ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ, ਯਾਨੀ ਕਿ ਕਿਤੇ ਵੀ ਤੁਹਾਨੂੰ ਇਹਦੇ ਵਿੱਚ ਅਰਥ ਲਿਖਣ ਲਈ ਨਹੀਂ ਕਿਹਾ ਗਿਆ। ਤਾਂ ਇਹ ਵੀ ਆਸਾਨੀ ਦੇ ਨਾਲ ਤੁਸੀਂ ਜਿਹੜੇ 10 ਨੰਬਰ ਆ ਉਹ ਪ੍ਰਾਪਤ ਕਰ ਸਕਦੇ ਹੋ। ਉਸ ਤੋਂ ਬਾਅਦ ਸਾਡੇ ਕੋਲ 11ਵੇਂ ਨੰਬਰ ਤੇ ਵਾਕ ਵਿੱਚੋਂ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਦੀ ਪਛਾਣ ਕਰਨਾ। ਤੁਹਾਨੂੰ ਕੋਈ ਵੀ ਇੱਕ ਵਾਕ ਦਿੱਤਾ ਜਾਵੇਗਾ ਤਾਂ ਉਹਦੇ ਵਿੱਚੋਂ ਇਹਦੀ ਪਛਾਣ ਕਰਨੀ ਹੋਵੇਗੀ। ਬਿਲਕੁਲ ਹੀ 4, 5, 6 ਤੇ 7ਵਾਂ ਪ੍ਰਸ਼ਨ ਜਿਹੜਾ ਉਸੇ ਤਰੀਕੇ ਦਾ ਹੀ ਇਹ ਪ੍ਰਸ਼ਨ ਹੈ। ਜੇਕਰ ਤੁਹਾਨੂੰ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਬਾਰੇ ਬੇਸਿਕ ਜਾਣਕਾਰੀ ਹੈ ਤਾਂ ਤੁਸੀਂ ਆਸਾਨੀ ਦੇ ਨਾਲ ਇਹ ਜਿਹੜੇ 2 ਨੰਬਰ ਆ ਉਹ ਪ੍ਰਾਪਤ ਕਰ ਸਕਦੇ ਆ। ਉਸ ਤੋਂ ਬਾਅਦ ਸਾਡੇ ਕੋਲੇ 14ਵੇਂ ਨੰਬਰ ਤੇ ਹੈ ਡੱਬਿਆਂ ਵਿੱਚ ਦਿੱਤੇ ਸ਼ਬਦਾਂ ਵਿੱਚੋਂ ਕੋਈ 8 ਸਾਰਥਕ ਸ਼ਬਦ ਪਛਾਣਨੇ। ਤਾਂ ਇਹਦੇ ਲਈ ਵੀ ਵਿਦਿਆਰਥੀਓ ਕੋਈ ਤਿਆਰੀ ਕਰਨ ਦੀ ਲੋੜ ਨਹੀਂ, ਸਿਰਫ ਤੁਸੀਂ ਤਕਨੀਕ ਦੇ ਰਾਹੀਂ, ਯਾਨੀ ਕਿ ਤੁਹਾਨੂੰ ਸ਼ਬਦ ਜਿਹੜੇ ਆ ਅੱਖਰ ਜਿਹੜੇ ਆ ਉਹ ਪੜ੍ਹਨੇ ਹੋਣੇ ਚਾਹੀਦੇ ਆ। ਤਾਂ ਇਹ 8 ਨੰਬਰ ਵੀ ਤੁਸੀਂ ਬਿਲਕੁਲ ਆਸਾਨੀ ਦੇ ਨਾਲ ਜਿਹੜੇ ਆ ਉਹ ਪ੍ਰਾਪਤ ਕਰ ਸਕਦੇ ਹੋ। ਇਹਨਾਂ ਤੋਂ ਇਲਾਵਾ ਜਿਹੜੇ 35 ਨੰਬਰ ਹੈ ਉਹ ਇਹੋ ਜਿਹੇ ਨੇ ਜਿਹੜੇ ਤੁਸੀਂ ਪੜ੍ਹੇ ਬਿਨਾਂ ਜਿਹੜੇ ਉਹ ਪ੍ਰਾਪਤ ਨਹੀਂ ਕਰ ਸਕਦੇ। ਤਾਂ ਇਹਦੇ ਲਈ ਤੁਸੀਂ ਜਿਹੜੇ ਆ ਉਹ 35 ਨੰਬਰਾਂ ਦੇ ਲਈ ਵੱਧ ਤੋਂ ਵੱਧ ਪੜ੍ਹਨਾ, ਤਾਂ ਕਿ ਉਹ 35 ਨੰਬਰ ਤੇ 55 ਲੈ ਕੇ ਅਸੀਂ 90 ਨੰਬਰ ਜਿਹੜੇ ਆ ਉਹ ਪ੍ਰਾਪਤ ਕਰ ਸਕੀਏ। ਹੁਣ ਵਿਦਿਆਰਥੀਓ ਅਸੀਂ ਇਕੱਲੇ ਪ੍ਰਸ਼ਨ ਬਾਰੇ ਗੱਲ ਕਰਦੇ ਹਾਂ।
ਸਭ ਤੋਂ ਪਹਿਲਾਂ ਸਾਡੇ ਕੋਲੇ ਹੈ ਜਿਹੜਾ ਪ੍ਰਸ਼ਨ ਨੰਬਰ 2 ਤੇ 3। ਪ੍ਰਸ਼ਨ ਨੰਬਰ 2 ਤੇ 3 ਵਿੱਚ ਤੁਹਾਨੂੰ ਇੱਕ ਪੈਰਾ ਦਿੱਤਾ ਜਾਵੇਗਾ। ਪੈਰੇ ਦੇ ਵਿੱਚੋਂ ਤੁਸੀਂ ਕੋਈ ਵੀ ਜਿਹੜੇ 5 ਬਹੁਵਿਕਲਪੀ ਪ੍ਰਸ਼ਨ ਹੈ ਉਹਨਾਂ ਦੇ ਉੱਤਰ ਦੇਣੇ ਹੋਣਗੇ। ਤਾਂ ਵਿਦਿਆਰਥੀਓ, ਜਿਵੇਂ ਸਾਡੇ ਕੋਲੇ ਇਹ ਪੈਰਾ ਦਿੱਤਾ ਹੋਇਆ, ਪੈਰੇ ਥੱਲੇ 5 ਜਿਹੜੇ ਆ ਸਾਨੂੰ ਉਹ ਪ੍ਰਸ਼ਨ ਦਿੱਤੇ ਗਏ ਆ। ਤਾਂ ਅਕਸਰ ਅਸੀਂ ਪੇਪਰ ਵਿੱਚ ਕੀ ਦੇਖਦੇ ਹਾਂ ਕਿ ਵਿਦਿਆਰਥੀ ਨੇ ਉਹ ਪੈਰੇ ਨੂੰ ਨਹੀਂ ਪੜ੍ਹਦੇ, ਸਿਰਫ ਪ੍ਰਸ਼ਨ ਨੂੰ ਪੜ੍ਹਦੇ ਆ ਤੇ ਉਹਦਾ ਉੱਤਰ ਦੇ ਦਿੰਦੇ ਆ। ਕਿਵੇਂ? ਜਿਵੇਂ ਸਾਡੇ ਕੋਲ 5ਵਾਂ ਪ੍ਰਸ਼ਨ ਹੈ, ਗਿੱਧਾ ਪਾਉਣ ਵੇਲੇ ਕੀ ਪਾਇਆ ਜਾਂਦਾ ਹੈ। ਤਾਂ ਵਿਦਿਆਰਥੀ ਕੀ ਕਰਦੇ ਆ, ਪਹਿਲੇ ਨੰਬਰ ਤੇ ਲਿਖਿਆ ਭੰਗੜਾ। ਅਸੀਂ ਅਕਸਰ ਦੇਖਦੇ ਹਾਂ ਜਦੋਂ ਗਿੱਧਾ ਪੈਂਦਾ ਤੇ ਨਾਲ ਭੰਗੜਾ ਵੀ ਪੈਂਦਾ ਤਾਂ ਵਿਦਿਆਰਥੀ ਨਾਲ ਦੇ ਨਾਲ ਭੰਗੜੇ ਤੇ ਟਿਕ ਲਾ ਦਿੰਦੇ ਨੇ। ਪਰ ਨਹੀਂ, ਤੁਸੀਂ ਦੇਖੋ ਜਿਹੜੀ ਇਸ ਪ੍ਰਸ਼ਨ ਦੀ ਹੈਡਿੰਗ ਹੈ, ਇਹਦਾ ਸਰਲੇਖ ਕੀ ਕਿਹਾ ਗਿਆ, ਹੇਠਾਂ ਦਿੱਤਾ ਪੈਰਾ ਪੜ੍ਹ ਕੇ ਪ੍ਰਸ਼ਨਾਂ ਨੂੰ ਉੱਤਰ ਦਿਓ। ਭਾਵ ਕਿ ਤੁਸੀਂ ਆਪਦੇ ਵੱਲੋਂ ਉੱਤਰ ਨਹੀਂ ਦੇਣਾ, ਤੁਸੀਂ ਪੈਰੇ ਨੂੰ ਪੜ੍ਹ ਕੇ ਜੋ ਪੈਰੇ 'ਚ ਲਿਖਿਆ ਗਿਆ, ਪੈਰੇ ਵਿੱਚ ਭਾਵੇਂ ਕੋਈ ਚੀਜ਼ ਗਲਤ ਵੀ ਲਿਖੀ ਹੈ, ਤੁਸੀਂ ਉਹੀ ਉੱਤਰ ਦੇਣਾ ਜੋ ਪੈਰੇ ਦੇ ਵਿੱਚ ਦਿੱਤਾ ਗਿਆ। ਤਾਂ ਜਿਵੇਂ ਹੁਣ ਗਿੱਧਾ ਪਾਉਣ ਵੇਲੇ ਕੀ ਪਾਇਆ ਜਾਂਦਾ ਹੈ, ਇਹਦਾ ਉੱਤਰ ਭੰਗੜਾ ਵੀ ਆ ਸਕਦਾ, ਇਹਦਾ ਉੱਤਰ ਜੁੱਤੀ ਵੀ ਆ ਸਕਦੀ ਹੈ, ਕਿਉਂਕਿ ਪੰਜਾਬੀ ਮੁਟਿਆਰਾਂ ਜਦੋਂ ਗਿੱਧਾ ਪਾਉਂਦੀਆਂ ਜੁੱਤੀ ਵੀ ਪਾਉਂਦੀਆਂ। ਤਾਂ ਇਹਦਾ ਉੱਤਰ ਬੋਲੀਆਂ ਵੀ ਆ ਸਕਦਾ ਕਿਉਂਕਿ ਉਹ ਬੋਲੀਆਂ ਪਾਉਂਦੀਆਂ, ਤੇ ਇਹਦਾ ਉੱਤਰ ਸੂਟ ਵੀ ਆ ਸਕਦਾ ਕਿਉਂਕਿ ਮੁਟਿਆਰਾਂ ਜਿਹੜਾ ਉਹ ਸੂਟ ਪਾ ਕੇ ਵੀ ਗਿੱਧਾ ਪਾਉਂਦੀਆਂ। ਪਰ ਜਿਵੇਂ ਕਿ ਉੱਪਰ ਸਾਨੂੰ ਦਿੱਤਾ ਗਿਆ ਕਿ ਗਿੱਧਾ ਪਾਉਣ ਵੇਲੇ ਮਨ ਦੇ ਭਾਵ ਪ੍ਰਗਟਾਉਣ ਲਈ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ। ਤਾਂ ਪੈਰਾ ਸਾਨੂੰ ਇਹ ਕਹਿ ਰਿਹਾ ਵੀ ਇਹਦਾ ਉੱਤਰ ਜਿਹੜਾ ਉਹ ਬੋਲੀਆਂ ਆਵੇਗਾ। ਤਾਂ ਅਸੀਂ ਇਸ ਲਈ ਇਹਦਾ ਉੱਤਰ ਜਿਹੜਾ ਉਹ ਬੋਲੀਆਂ ਹੀ ਟਿਕ ਕਰਾਂਗੇ, ਨਾ ਕਿ ਜੁੱਤੀ ਜਾਂ ਭੰਗੜਾ। ਇਸੇ ਤਰ੍ਹਾਂ ਜਿਹੜੇ ਵੱਖਰੇ ਵੱਖਰੇ ਪ੍ਰਸ਼ਨ ਹੈ, ਦੇਖੋ ਮੈਂ ਉੱਤੇ ਜਿਹੜਾ ਪੈਰਾ ਉਹਦੇ ਵਿੱਚ ਜਿਹੜੇ ਉੱਤਰ ਹੈ ਉਹਨਾਂ ਨੂੰ ਅੰਡਰਲਾਈਨ ਵੀ ਕੀਤਾ ਹੋਇਆ ਤੇ ਡਾਰਕ ਵੀ ਕੀਤਾ ਹੋਇਆ। ਤਾਂ ਕਹਿਣ ਤੋਂ ਭਾਵ ਹੈ ਵੀ ਇਹੋ ਜਿਹਾ ਜਦੋਂ ਵੀ ਤੁਹਾਨੂੰ ਕੋਈ ਪੈਰਾ ਪੜ੍ਹ ਕੇ ਪ੍ਰਸ਼ਨ ਦੇ ਉੱਤਰ ਦੇਣ ਲਈ ਦੂਜਾ ਤੇ ਤੀਜਾ ਜਿਹੜਾ ਕੁਐਸਚਨ ਆਵੇਗਾ ਤਾਂ ਤੁਸੀਂ ਪੈਰਾ ਪੜ੍ਹ ਕੇ ਹੀ ਉਹ 'ਚ ਉੱਤਰ ਦੇਣਾ। ਦੇਖੋ ਜਿਵੇਂ ਪਹਿਲੇ ਨੰਬਰ ਤੇ ਹੈ, ਮਨੁੱਖ ਕਿਸ ਦੇ ਸੁਮੇਲ ਨਾਲ ਨੱਚ ਉੱਠਦਾ ਹੈ। ਤਾਂ ਇਹਦਾ ਉੱਪਰ ਜਿਹੜਾ ਉਹ ਪਹਿਲੀ ਲਾਈਨ ਵਿੱਚ ਹੀ ਦੇਖੋ ਲਿਖਿਆ ਹੋਇਆ, ਰਾਗ ਅਤੇ ਤਾਲ ਦੇ ਸੁਮੇਲ ਨਾਲ ਮਨੁੱਖ ਨੱਚ ਉੱਠਦਾ ਹੈ। ਇਸੇ ਤਰੀਕੇ ਨਾਲ ਹੀ ਦੂਜਾ ਸਾਡੇ ਕੋਲੇ ਹੈ, ਲੋਕ ਨਾਚ ਕਿਸ ਨੂੰ ਕਿਹਾ ਜਾਂਦਾ ਹੈ। ਤਾਂ ਦੂਜੇ ਨੰਬਰ ਦੇ ਉੱਪਰ ਹੀ ਦੂਜੀ ਲਾਈਨ ਦੇ ਵਿੱਚ ਹੀ ਸਮੂਹਿਕ ਨਾਚ ਨੂੰ ਅਸੀਂ ਲੋਕ ਨਾਚ ਦਾ ਨਾਮ ਹੀ ਦਿੰਦੇ ਹਾਂ। ਇਸੇ ਤਰੀਕੇ ਦੇ ਨਾਲ ਹੀ ਸਾਡੇ ਕੋਲ ਤੀਜਾ ਪ੍ਰਸ਼ਨ ਹੈ, ਪੰਜਾਬ ਦੀਆਂ ਮੁਟਿਆਰਾਂ ਦਾ ਮੁੱਖ ਲੋਕ ਨਾਚ ਕਿਹੜਾ ਹੈ। ਤਾਂ ਦੂਜੀ ਲਾਈਨ ਦੇ ਵਿੱਚ ਹੀ ਗਿੱਧਾ ਪੰਜਾਬ ਦੀਆਂ ਮੁਟਿਆਰਾਂ ਦਾ ਮਨਮੋਹਕ ਲੋਕ ਨਾਚ ਹੈ। ਤਾਂ ਕਹਿਣ ਤੋਂ ਭਾਵ ਹੈ ਵੀ ਜਿਹੜੇ ਵੀ ਇਹਨਾਂ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਹੋਣਗੇ ਉਹ ਸਾਨੂੰ ਪੈਰੇ ਦੇ ਵਿੱਚੋਂ ਹੀ ਮਿਲਣੇ ਨੇ। ਤਾਂ ਸਭ ਤੋਂ ਪਹਿਲਾਂ ਤੁਸੀਂ ਜਦੋਂ ਪੇਪਰ ਫੜਨ ਤੋਂ ਪਹਿਲਾਂ ਜਦੋਂ ਤੁਸੀਂ ਸ਼ੁਰੂ ਕਰਨ ਲੱਗਣਾ, ਪਹਿਲਾਂ ਪੈਰੇ ਨੂੰ ਪੂਰੇ ਦੇ ਪੂਰੇ ਪੈਰੇ ਨੂੰ ਪੜ੍ਹਨਾ। ਪੂਰੇ ਪੈਰੇ ਨੂੰ ਪੜ੍ਹਨ ਤੋਂ ਬਾਅਦ ਜਦੋਂ ਹੀ ਤੁਸੀਂ ਪ੍ਰਸ਼ਨ ਪੜ੍ਹੋਗੇ ਤੇ 4 ਉੱਤਰ ਦੇਖੋਗੇ, ਤੁਹਾਡੇ ਨਾਲ ਦੀ ਨਾਲ ਜ਼ਿਹਨ ਵਿੱਚ ਆ ਜਾਣਾ ਵੀ ਇਹ ਚੀਜ਼ ਮੈਂ ਪੈਰੇ 'ਚੋਂ ਪੜ੍ਹੀ ਹੈ ਤੇ ਇਹਦਾ ਉੱਤਰ ਜਿਹੜਾ ਉਹ ਇਹ ਹੋਏਗਾ। ਇਸ ਤਰੀਕੇ ਨਾਲ ਜੇਕਰ ਤੁਸੀਂ ਪੈਰਾ ਪੜ੍ਹ ਕੇ ਇਹਨਾਂ ਦੇ ਜਵਾਬ ਦਿੰਦੇ ਹੋ ਤਾਂ ਯਕੀਨ ਮੰਨੋ ਤੁਹਾਡੇ 10 ਨੰਬਰ ਜਿਹੜੇ ਆ ਉਹ ਬਿਲਕੁਲ ਹੀ ਪੱਕੇ ਨੇ। ਅਕਸਰ ਦੇਖਿਆ ਜਾਂਦਾ ਕਿਉਂਕਿ ਬਿਲਕੁਲ ਇਹ ਆਸਾਨ ਨੰਬਰ ਨੇ, ਪਰ ਵਿਦਿਆਰਥੀ ਕੀ ਕਰਦੇ ਆ, ਕਾਹਲੀ ਦੇ ਵਿੱਚ ਇਹ ਜਿਹੜੇ ਆਸਾਨ ਨੰਬਰ ਹੈ ਉਹਨਾਂ ਨੂੰ ਵੀ ਛੱਡ ਜਾਂਦੇ ਨੇ। ਤਾਂ ਸਾਡਾ ਜਿਹੜਾ ਮਿਸ਼ਨ 100% ਹੈ, ਉਹਦਾ ਜਿਹੜਾ ਮੇਨ ਉਦੇਸ਼ ਹੀ ਇਹ ਹੈ ਕਿ ਵਿਦਿਆਰਥੀਆਂ ਨੂੰ ਦੱਸਣਾ ਕਿ ਕਿਸ ਥਾਂ ਤੋਂ ਅਸੀਂ ਆਸਾਨੀ ਨਾਲ ਨੰਬਰ ਜਿਹੜੇ ਆ ਉਹ ਪ੍ਰਾਪਤ ਕਰ ਸਕਦੇ ਹਾਂ। ਤਾਂ ਇਸ ਤੋਂ ਅੱਗੇ ਅਸੀਂ ਚੱਲਦੇ ਹਾਂ ਵਿਦਿਆਰਥੀਓ, ਚੌਥਾ, ਪੰਜਵਾਂ, ਛੇਵਾਂ ਤੇ ਸੱਤਵਾਂ ਜਿਹੜਾ ਪ੍ਰਸ਼ਨ ਹੈ ਇਹ ਵਿਆਕਰਨ ਨਾਲ ਸੰਬੰਧਿਤ ਪ੍ਰਸ਼ਨ ਜਿਹੜਾ ਉਹ ਹੋਵੇਗਾ। ਤਾਂ ਇਹ ਜਿਹੜੇ ਪ੍ਰਸ਼ਨ ਹੋਣਗੇ ਵਿਦਿਆਰਥੀਓ ਇਹ ਵਸਤੂਨਿਸ਼ਟ ਤੇ ਬਹੁਵਿਕਲਪੀ ਹੋਣਗੇ। ਤਾਂ ਅਕਸਰ ਹੀ ਬੱਚਿਆਂ ਨੂੰ ਕਈ ਵਾਰੀ ਇਹ ਪਤਾ ਨਹੀਂ ਲੱਗਦਾ ਕਿ ਵਸਤੂਨਿਸ਼ਟ ਤੇ ਬਹੁਵਿਕਲਪੀ ਵਿੱਚ ਫਰਕ ਕੀ ਹੈ। ਤਾਂ ਵਿਦਿਆਰਥੀਓ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਬਹੁਵਿਕਲਪੀ ਪ੍ਰਸ਼ਨ ਹੈ ਉਹਦੇ ਵਿੱਚ ਇੱਕ ਪ੍ਰਸ਼ਨ ਦੇ ਕੇ ਉਹਦੇ ਵਿੱਚ ਤੁਹਾਨੂੰ ਉਹਦੇ 4 ਉੱਤਰ ਦਿੱਤੇ ਜਾਣਗੇ। ਜਿਵੇਂ ਪਹਿਲੇ ਨੰਬਰ ਤੇ ਹੀ ਹੈ, ਰੂਪਨਗਰ ਪੰਜਾਬ ਦਾ ਇੱਕ ਪੁਰਾਣਾ ਸ਼ਹਿਰ ਹੈ। ਤਾਂ ਉੱਪਰ ਇਹਦਾ ਪ੍ਰਸ਼ਨ ਕੀ ਸੀਗਾ, ਹੇਠ ਲਿਖੇ ਵਾਕ ਵਿੱਚ ਲਕੀਰੇ ਸ਼ਬਦਾਂ ਦੀ ਕਿਸਮ ਬਾਰੇ ਲਿਖੋ। ਤਾਂ ਇਹਦੇ ਵਿੱਚ ਸਾਨੂੰ 4 ਉੱਤਰ ਦਿੱਤੇ ਨੇ, ਨਾਮ, ਪੜਨਾਮ, ਕਿਰਿਆ ਤੇ ਵਿਸ਼ੇਸ਼ਣ। ਤਾਂ ਇਹਦੇ ਵਿੱਚੋਂ ਅਸੀਂ ਦੇਖਾਂਗੇ ਜਿਹੜਾ ਵੀ ਇਹਦਾ ਉੱਤਰ ਹੈ ਉਹ ਉੱਤਰ ਅਸੀਂ ਦੇਵਾਂਗੇ। ਇਹਨਾਂ ਨੂੰ ਕਹਿੰਦੇ ਬਹੁਵਿਕਲਪੀ ਪ੍ਰਸ਼ਨ, ਭਾਵ ਕਿ ਇੱਕ ਪ੍ਰਸ਼ਨ ਦੇ ਕੇ ਉਹਦੇ ਉੱਤਰ ਲਿਖਣਾ ਤੇ ਉਹਦੇ 4 ਉੱਤਰ ਦੇਣੇ ਤੇ ਉਹਦੇ ਵਿੱਚੋਂ ਤੁਸੀਂ ਉਹਦੀ ਪਛਾਣ ਕਰਨੀ। ਕਹਿਣ ਤੋਂ ਭਾਵ ਤੁਹਾਨੂੰ ਇੱਕ ਹਿੰਟ ਦਿੱਤਾ ਜਾਵੇਗਾ। ਦੂਜੇ ਨੰਬਰ ਤੇ ਆਉਂਦੇ ਆ ਵਸਤੂਨਿਸ਼ਟ ਪ੍ਰਸ਼ਨ। ਵਸਤੂਨਿਸ਼ਟ ਪ੍ਰਸ਼ਨ ਦੇ ਵਿੱਚ ਕੀ ਵਿਦਿਆਰਥੀਓ, ਤੁਹਾਨੂੰ ਪ੍ਰਸ਼ਨ ਦਿੱਤਾ ਜਾਵੇਗਾ ਪਰ ਉਹਦਾ ਉੱਤਰ ਜਿਹੜਾ ਉਹ ਤੁਹਾਨੂੰ ਨਹੀਂ ਦਿੱਤਾ ਜਾਵੇਗਾ। ਪਰ ਇਸ ਪ੍ਰਸ਼ਨ ਦਾ ਜਿਹੜਾ ਉੱਤਰ ਹੋਵੇਗਾ ਉਹ ਇੱਕ ਸ਼ਬਦ ਜਾਂ ਇੱਕ ਵਾਕ ਦੇ ਰੂਪ ਵਿੱਚ ਹੋ ਸਕਦਾ। ਜਿਵੇਂ ਖੁਸ਼ੀ ਦਾ ਵਿਰੋਧੀ ਸ਼ਬਦ ਲਿਖੋ ਜਾਂ ਖੁਸ਼ੀ ਦਾ ਸਮਾਨਾਰਥ ਸ਼ਬਦ ਲਿਖੋ। ਤਾਂ ਇਸ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਹੈ ਉਹ ਆ ਸਕਦੇ ਨੇ। ਤਾਂ ਇਹਦੇ ਵਿੱਚ ਤੁਹਾਨੂੰ ਉੱਤਰ ਨਹੀਂ ਦਿੱਤਾ ਜਾਵੇਗਾ, ਭਾਵ ਕਿ ਕੋਈ ਹਿੰਟ ਨਹੀਂ ਦਿੱਤਾ ਜਾਵੇਗਾ, ਤੁਸੀਂ ਆਪਣੇ ਵੱਲੋਂ ਜਿਹੜਾ ਇਹਦਾ ਉੱਤਰ ਹੈ ਉਹ ਦੇਣਾ ਹੋਵੇਗਾ। ਤਾਂ ਇਹ 20 ਨੰਬਰ ਦੇ ਜਿਹੜੇ ਇਹ ਪ੍ਰਸ਼ਨ ਨੇ
ਇਹ ਹੋ ਸਕਦਾ ਕਿ ਇੱਕ ਇੱਕ ਨੰਬਰ ਦੇ ਹਿਸਾਬ ਨਾਲ ਤੁਹਾਨੂੰ 20 ਪ੍ਰਸ਼ਨ ਦਿੱਤੇ ਜਾਣ, ਜਾਂ 2-2 ਨੰਬਰ ਦੇ ਹਿਸਾਬ ਦੇ ਨਾਲ ਤੁਹਾਨੂੰ 10 ਪ੍ਰਸ਼ਨ ਜਿਹੜੇ ਹੈ ਉਹ ਦਿੱਤੇ ਜਾਣਗੇ। ਤਾਂ ਇਹ ਬਹੁਤ ਹੀ ਆਸਾਨੀ ਦੇ ਨਾਲ ਤੁਸੀਂ ਜੇਕਰ ਨਾਮ, ਪੜਨਾਮ, ਕਿਰਿਆ ਵਿਸ਼ੇਸ਼ਣ ਇਹਨਾਂ ਨੂੰ ਪੜ੍ਹ ਲੈਂਦੇ ਹੋ ਤਾਂ ਆਸਾਨੀ ਦੇ ਨਾਲ ਤੁਸੀਂ ਇਹਨੂੰ ਜਿਹੜਾ ਪੇਪਰ ਨੂੰ ਆਪਦਾ ਇਹ 20 ਨੰਬਰ ਹੈ ਉਹ ਪ੍ਰਾਪਤ ਕਰ ਸਕਦੇ ਹੋ। ਉਸ ਤੋਂ ਅੱਗੇ ਚੱਲਦੇ ਹਾਂ ਵਿਦਿਆਰਥੀਓ, ਅਸੀਂ ਆਪਾਂ ਕਵਿਤਾਵਾਂ ਵਿੱਚੋਂ 2 ਪੈਰੇ ਦੇ ਕੇ ਕਿਸੇ ਇੱਕ ਦਾ ਭਾਵ ਸਪਸ਼ਟ ਕਰਨਾ। ਤਾਂ ਇੱਥੇ ਵਿਦਿਆਰਥੀਓ ਸਾਡੇ ਕੋਲੇ 7 ਕਵਿਤਾਵਾਂ ਨੇ। 7 ਕਵਿਤਾਵਾਂ ਨੇ। ਜੈ ਭਾਰਤ ਮਾਤਾ, ਉਦਮ ਕਰੀ ਜ਼ਰੂਰ, ਪੰਜਾਬ, ਧਰਤੀ, ਗੁਲਾਬ ਦੀ ਫਸਲ, ਅੰਮੜੀ ਦਾ ਵਿਹੜਾ, ਪਿੰਡ ਦੀ ਕੁਲਾੜੀ। ਤਾਂ ਇਹ ਸਾਡੇ ਕੋਲੇ 7 ਕਵਿਤਾਵਾਂ ਨੇ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਦੇ ਵਿੱਚ। ਇਹਨਾਂ 7 ਦੇ ਵਿੱਚੋਂ ਹੀ ਤੁਹਾਨੂੰ ਕੋਈ ਵੀ ਇੱਕ ਕਵਿਤਾ ਦੇ ਵਿੱਚੋਂ 4 ਸਤਰਾਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ। ਤਾਂ ਇਹ 4 ਸਤਰਾਂ ਜਿਹੜੀਆਂ ਇਹ 2 ਹੋਣਗੀਆਂ, ਯਾਨੀ ਕਿ ਇੱਕ ਕਵਿਤਾ ਵਿੱਚੋਂ 4 ਸਤਰਾਂ, ਫਿਰ ਦੂਜੀ ਕਵਿਤਾ ਵਿੱਚੋਂ ਤੁਹਾਨੂੰ ਉਹਦੇ ਵਿੱਚ ਜਾਂ ਭਾਵ ਕਿ ਆਪਸ਼ਨ ਦਿੱਤੀ ਜਾਵੇਗੀ ਵੀ ਤੁਸੀਂ ਕੋਈ ਵੀ ਇੱਕ 4 ਸਤਰਾਂ ਨੂੰ ਚੱਕ ਕੇ ਉਹਦੀ ਜਿਹੜੀ ਹੈ ਭਾਵ ਹੈ ਉਹ ਸਪਸ਼ਟ ਕਰੋ। ਤਾਂ ਇੱਥੇ ਵੀ ਕੀ ਦੇਖਦੇ ਹਾਂ ਅਸੀਂ ਵਿਦਿਆਰਥੀਓ, ਇਹਦੇ 4 ਨੰਬਰ ਜ਼ਰੂਰ ਨੇ, ਪਰ ਇਹਦਾ ਭਾਵ ਇਹ ਨਹੀਂ ਵੀ ਅਸੀਂ ਜਿਵੇਂ 9ਵੀਂ 10ਵੀਂ ਦੇ ਵਿਦਿਆਰਥੀ ਆ ਉਹਨਾਂ ਨੂੰ ਸਰਲ ਅਰਥ ਜਿਹੜੇ ਦਿੱਤੇ ਜਾਂਦੇ ਆ ਉਹ ਵਿਆਖਿਆ ਤੇ ਪ੍ਰਸੰਗ ਕਰਨ ਲਈ ਕਿਹਾ ਜਾਂਦਾ, ਪਰ ਇੱਥੇ ਅਸੀਂ ਕੋਈ ਵਿਆਖਿਆ ਨਹੀਂ ਇਹਦੀ ਕਰਨੀ, ਭਾਵ ਕਿ ਅਸੀਂ ਕੋਈ ਪ੍ਰਸੰਗ ਨਹੀਂ ਲਿਖਣਾ। ਪ੍ਰਸੰਗ ਤੋਂ ਭਾਵ ਹੈ ਵੀ ਇਹ ਕਿਹੜੀ ਕਿਤਾਬ ਚੋਂ ਹੈ ਜਾਂ ਕਿਹੜਾ ਇਹਦਾ ਕਵੀ ਹੈ, ਅਸੀਂ ਇਹਦੇ ਬਾਰੇ ਜ਼ਿਆਦਾ ਯਾਨੀ ਕਿ ਵਿਸਥਾਰ ਵਿੱਚ ਨਹੀਂ ਜਾਣਾ। ਸਿਰਫ ਸਾਨੂੰ ਇੱਥੇ ਲਿਖਿਆ ਗਿਆ ਕਿ ਹੇਠਾਂ ਲਿਖੀਆਂ ਸਤਰਾਂ ਦੇ ਭਾਵ ਸਪਸ਼ਟ ਕਰੋ। ਤਾਂ ਜਿਵੇਂ ਸਾਡੇ ਕੋਲੇ ਪਹਿਲਾ ਜਿਹੜਾ ਮੰਨ ਲਓ 4 ਸਤਰਾਂ ਨੇ, ਜੇ ਕਿਧਰੇ ਮਨ ਦੇ ਅੰਬਰ ਤੇ ਛਾਏ ਘੋਰ ਉਦਾਸੀ, ਮਨ ਦਾ ਮਾਲਕ ਬਣ ਨਾ ਦੇਵੀ, ਇਹ ਤਾਂ ਤੇਰੀ ਦਾਸੀ। ਤਾਂ ਅਸੀਂ ਸਿਰਫ ਇਹਦੇ ਭਾਵ ਜਿਹੜੇ ਆ ਉਹ ਸਪਸ਼ਟ ਕਰਨੇ ਆ ਕਿ ਇਸ ਕਵਿਤਾ ਵਿੱਚ ਕਵੀ ਉਹ ਕੀ ਕਹਿਣਾ ਚਾਹੁੰਦਾ। ਤਾਂ ਅਸੀਂ ਸਿਰਫ ਇੰਨਾ ਕੀ ਲਿਖਾਂਗੇ ਕਿ ਇਸ ਕਵਿਤਾ ਦੇ ਵਿੱਚ ਕਵੀ ਕਹਿਣਾ ਚਾਹੁੰਦਾ ਕਿ ਮਨੁੱਖ ਨੂੰ ਹਾਰਾਂ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ, ਸਗੋਂ ਜ਼ਿੰਦਗੀ ਨੂੰ ਇੱਕ ਲੰਮਾ ਘੋਲ ਮੰਨਦਿਆਂ ਹੋਇਆਂ ਜਿੱਤ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ। ਤਾਂ ਇੱਕ ਚੀਜ਼ ਹੋਰ ਇੱਥੇ ਨੋਟ ਕਰਨ ਵਾਲੀ ਹੈ ਕਿ ਵਿਦਿਆਰਥੀ ਕੀ ਕਰਦੇ ਆ, ਉਹ ਜਿਵੇਂ ਕਵਿਤਾ ਦੇ ਵਿੱਚ ਸਾਨੂੰ 4 ਲਾਈਨਾਂ ਦਿੱਤੀਆਂ, ਵਿਦਿਆਰਥੀ ਹੂਬਹੂ ਲਾਈਨਾਂ ਨੂੰ ਇਸੇ ਤਰੀਕੇ ਦੇ ਨਾਲ ਹੀ ਲਿਖੇ ਆਉਂਦੇ ਆ, ਤਾਂ ਉਹ ਸਮਝ ਲੈਂਦੇ ਵੀ ਇਹ ਸਾਡੇ ਇਹਦੇ ਭਾਵ ਹੋ ਗਏ। ਪਰ ਵਿਦਿਆਰਥੀਓ ਇਸ ਤਰੀਕੇ ਨਾਲ ਅਸੀਂ ਬਿਲਕੁਲ ਨਹੀਂ ਕਰਨਾ। ਜੇਕਰ ਤੁਹਾਨੂੰ ਮੰਨ ਲਓ ਜੋ ਤੁਹਾਡੇ ਅਧਿਆਪਕ ਸਹਿਬਾਨ ਵੱਲੋਂ ਲਿਖਵਾਇਆ ਗਿਆ ਭਾਵ ਹੈ, ਅਗਰ ਤੁਹਾਨੂੰ ਨਹੀਂ ਯਾਦ ਆਉਂਦਾ ਤਾਂ ਤੁਸੀਂ ਆਪਣੇ ਵੱਲੋਂ ਵੀ ਲਿਖ ਸਕਦੇ ਹੋ, ਕਿਉਂਕਿ ਬਿਲਕੁਲ ਹੀ ਆਸਾਨ ਹੈ। ਜੋ ਚੀਜ਼ ਇਹ ਕਹਿ ਰਿਹਾ ਉਹ ਆਸਾਨੀ ਨਾਲ ਹੀ ਜਿਹੜਾ ਉਹ ਲਿਖਿਆ ਜਾ ਸਕਦਾ, ਪਰ ਹੂਬਹੂ ਜੋ ਕਵਿਤਾ ਦੀ ਵਰਡਿੰਗ ਹੈ, ਜੋ ਕਵਿਤਾ ਦੇ ਸ਼ਬਦ ਹੈ, ਉਹ ਇਸੇ ਤਰੀਕੇ ਨਾਲ ਨਹੀਂ ਲਿਖਣਾ ਵੀ ਅਸੀਂ ਮੰਨ ਲਓ ਭਾਵ ਚ ਲਿਖ ਦਈਏ ਵੀ ਕਵੀ ਕਹਿਣਾ ਚਾਹੁੰਦਾ ਜੇ ਕਿਧਰੇ ਮਨ ਦੇ ਅੰਬਰ ਤੇ ਛਾਏ ਘੋਰ ਉਦਾਸੀ, ਉਹ ਤਾਂ ਫਿਰ ਅਸੀਂ ਕਿਤਾਬ ਮੰਨ ਲਓ ਜਿਹੜੀ ਕਵਿਤਾ ਉਹਦੀਆਂ ਲਾਈਨਾਂ ਦੀ ਹੀ ਕਾਪੀ ਕਰ ਰਹੇ ਹਾਂ। ਤਾਂ ਅਸੀਂ ਇਸ ਤਰੀਕੇ ਨਾਲ ਬਿਲਕੁਲ ਨਹੀਂ ਕਰਨਾ। ਅਸੀਂ ਇਹਨੂੰ ਮੰਨ ਲਓ ਭਾਵ ਅਰਥ ਜਿਹੜੇ ਸਪਸ਼ਟ ਕਰਨੇ ਆ ਆਪਦੇ ਸ਼ਬਦਾਂ ਵਿੱਚ। ਜੇਕਰ ਅਧਿਆਪਕ ਸਾਹਿਬਾਨ ਦਾ ਲਿਖਿਆ ਨਹੀਂ ਯਾਦ ਰਹਿੰਦਾ ਤਾਂ ਤੁਸੀਂ ਆਪਦੇ ਸ਼ਬਦਾਂ ਵਿੱਚ ਇਹਨੂੰ ਤੁਸੀਂ ਲਿਖ ਸਕਦੇ ਹੋ, ਤੇ ਇਹ ਤੁਹਾਡੇ 4 ਨੰਬਰ ਜਿਹੜੇ ਆ ਉਹ ਆਸਾਨੀ ਨਾਲ ਤੁਸੀਂ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਅੱਗੇ ਵਿਦਿਆਰਥੀਓ ਤੁਹਾਨੂੰ ਪ੍ਰਸ਼ਨ ਨੰਬਰ 9 ਹੈ। ਇਹਦੇ ਵਿੱਚ ਕੀ ਹੈ, ਪਾਠ ਪੁਸਤਕ ਦੇ ਅਭਿਆਸੀ ਪ੍ਰਸ਼ਨਾਂ ਵਿੱਚੋਂ 7 ਪ੍ਰਸ਼ਨਾਂ ਦੇ ਕੇ ਕਿਸੇ 5 ਪ੍ਰਸ਼ਨਾਂ ਦੇ ਉੱਤਰ ਦੇਣ ਲਈ ਕਿਹਾ ਜਾਵੇਗਾ। ਤਾਂ ਇਹਦੇ 10 ਅੰਕ ਹੋਣਗੇ। ਨਮੂਨੇ ਵਜੋਂ ਮੈਂ ਕੁਝ ਜਿਹੜੇ ਪ੍ਰਸ਼ਨ ਹੈ ਉਹ ਲਿਖੇ ਨੇ ਥੱਲੇ। ਜਿਵੇਂ ਮੰਨ ਲਓ ਲੇਖਕ ਕਿਹੜੀਆਂ ਗੱਲਾਂ ਨੂੰ ਨਰਕ ਤੇ ਕਿਹੜੀਆਂ ਨੂੰ ਸਵਰਗ ਆਖਦਾ ਹੈ, ਜਾਂ ਬਾਬਾ ਫਰੀਦ ਕਿਸ ਤਰ੍ਹਾਂ ਦਾ ਜੀਵਨ ਬਸਰ ਕਰਦੇ ਸਨ, ਜਾਂ ਪੰਜਾਬ ਦੇ ਲੋਕ ਨਾਚ ਕਿਹੜੇ ਕਿਹੜੇ ਹਨ। ਤਾਂ ਇਸ ਤਰੀਕੇ ਦੇ ਨਾਲ ਤੁਹਾਨੂੰ ਜਿਹੜੇ ਹੈ ਤੁਹਾਡੀ ਪਾਠ ਪੁਸਤਕ ਦੇ ਵਿੱਚੋਂ ਹੀ ਪ੍ਰਸ਼ਨ ਜਿਹੜੇ ਹੈ ਉਹ ਦਿੱਤੇ ਜਾਣਗੇ। ਤਾਂ ਇਹਨਾਂ ਪ੍ਰਸ਼ਨਾਂ ਦੇ ਜਿਹੜੇ ਉੱਤਰ ਹੈ, ਕਿਉਂਕਿ ਇਹ 2 ਨੰਬਰ ਦਾ ਉੱਤਰ ਹੈ, ਤਾਂ ਇਹਦੇ ਲਈ ਆਪਾਂ ਇਹਨੂੰ ਜ਼ਿਆਦਾ ਵਿਆਖਿਆ ਵਿੱਚ ਨਹੀਂ ਲੈ ਕੇ ਜਾਣਾ। ਵੱਧ ਤੋਂ ਵੱਧ 2 ਜਾਂ 3 ਲਾਈਨਾਂ ਦੇ ਵਿੱਚ ਅਸੀਂ ਇਸ ਉੱਤਰ ਨੂੰ ਸਮਾਪਤ ਕਰਨਾ। ਇਹ ਨਹੀਂ ਵੀ ਅਸੀਂ ਇੱਕ ਉੱਤਰ ਨੂੰ ਲਿਖਣ ਲੱਗੇ ਉਹਦੇ ਵਿੱਚ ਮੰਨ ਲਓ 5-6 ਲਾਈਨਾਂ ਲਿਖ ਦਿੰਦੇ ਆ। ਅਸੀਂ ਉੱਤਰ ਨੂੰ ਜ਼ਿਆਦਾ ਵੱਡਾ ਨਹੀਂ ਲੈ ਕੇ ਜਾਣਾ, ਕਿਉਂਕਿ 2 ਅੰਕ ਨੇ, ਇਹਦੋਂ ਭਾਵ 2 ਜਾਂ 3 ਲਾਈਨਾਂ, ਕਿਉਂਕਿ ਅਸੀਂ ਪੇਪਰ ਪੂਰਾ ਅਟੈਂਪਟ ਕਰਨਾ। ਜੇਕਰ ਅਸੀਂ ਛੋਟੇ ਛੋਟੇ ਜਿਵੇਂ ਮੰਨ ਲਓ ਇਹਦੇ 5 ਪ੍ਰਸ਼ਨ ਹੈ, ਜੇ ਅਸੀਂ ਇੱਕ ਦੇ ਵਿੱਚ ਮੰਨ ਲਓ 2 ਲਾਈਨਾਂ ਵੱਧ ਲਿਖਦੀਆਂ ਤਾਂ 5 ਪ੍ਰਸ਼ਨਾਂ ਦੇ ਵਿੱਚ ਅਸੀਂ ਇੱਕ ਤਰ੍ਹਾਂ ਦੀਆਂ 10 ਲਾਈਨਾਂ ਵੱਧ ਲਿਖ ਦਾਂਗੇ, ਭਾਵ ਕਿ ਇੱਕ ਨਿਬੰਧ, ਇੱਕ ਲੇਖ ਜਿੰਨਾ ਜਿਹੜਾ ਅਸੀਂ ਸਮਾਂ ਉਹ ਇਹਨਾਂ ਦੇ ਵਿੱਚ ਵੱਧ ਲਾ ਦਿਆਂਗੇ। ਤਾਂ ਕਹਿਣ ਤੋਂ ਭਾਵ ਹੈ ਕਿ 2 ਨੰਬਰ ਦਾ ਪ੍ਰਸ਼ਨ ਹੈ, 2 ਨੰਬਰ ਦਾ ਉੱਤਰ ਹੈ, ਤਾਂ ਇਹਨੂੰ ਅਸੀਂ 2-2.5 ਜਾਂ ਹੱਦ 3 ਲਾਈਨਾਂ ਦੇ ਵਿੱਚ ਇਹਨੂੰ ਅਸੀਂ ਖਤਮ ਕਰਾਂਗੇ। ਤਾਂ ਵਿਦਿਆਰਥੀਓ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ। ਤੁਹਾਡਾ ਪ੍ਰਸ਼ਨ ਨੰਬਰ ਹੈ 10। ਪ੍ਰਸ਼ਨ ਨੰਬਰ 10 ਦੇ ਵਿੱਚ ਕੀ ਹੈ, ਕੋਈ 8 ਮੁਹਾਵਰਿਆਂ ਵਿੱਚੋਂ ਕਿਸੇ 5 ਮੁਹਾਵਰਿਆਂ ਦੀ ਵਾਕਾਂ ਵਿੱਚ ਵਰਤੋਂ ਕਰੋ। ਤਾਂ ਇਹਦਾ ਸਿਲੇਬਸ ਦੇਖੋ ਕੀ ਹੈ। ਇਹਦਾ ਸਿਲੇਬਸ ਸਿਰਫ ਇਹ ਨਹੀਂ ਵੀ ਜੋ ਸਾਨੂੰ ਸਾਡੀ ਪੰਜਾਬੀ ਦੀ ਵਿਆਕਰਨ ਹੈ
ਉਹਦੇ ਵਿੱਚ ਜਿਹੜੇ ਮੁਹਾਵਰੇ ਦਿੱਤੇ ਗਏ ਹੈ 113 ਸਿਰਫ ਅਸੀਂ ਉਹਨਾਂ ਨੂੰ ਪੜ੍ਹਨਾ। ਇਹਦੇ ਵਿੱਚ ਤੁਹਾਨੂੰ ਜਿਹੜੇ 1 ਤੋਂ ਲੈ ਕੇ 27 ਤੱਕ ਪਾਠ ਨੇ ਉਹਦੇ ਵਿੱਚੋਂ ਵੀ ਜਿਹੜੇ ਮੁਹਾਵਰੇ ਪਾਠਾਂ ਵਿੱਚ ਵਰਤੇ ਗਏ ਨੇ ਉਹ ਆ ਸਕਦੇ ਨੇ, ਜਾਂ ਕੋਈ ਵੀ ਔਖੇ ਸ਼ਬਦ ਜਿਹੜੇ ਸਾਨੂੰ ਪਾਠ ਦੀ ਦੁਹਰਾਈ ਦੇ ਵਿੱਚ ਆਉਂਦੇ ਨੇ, ਕੋਈ ਵੀ ਔਖੇ ਸ਼ਬਦ ਜਿਹੜੇ ਉਹਨਾਂ ਵਿੱਚੋਂ ਵੀ ਤੁਹਾਨੂੰ ਕੋਈ ਸ਼ਬਦ ਜਿਹੜਾ ਉਹ ਆ ਸਕਦਾ। ਨਮੂਨੇ ਵਜੋਂ ਮੈਂ ਥੱਲੇ ਲਿਖੇ ਨੇ, ਜਿਵੇਂ ਪਹਿਲਾਂ ਉੱਪਰ ਹੀ ਲਿਖੇ ਹੋਏ ਹੈ, ਇਹ ਤਾਂ ਤੁਹਾਡੀ ਜਿਹੜੀ ਵਿਆਕਰਨ ਹੈ ਉਹਦੇ ਵਿੱਚੋਂ ਹੀ ਹੈ, ਜਿਵੇਂ ਥੁੱਕ ਕੇ ਚੱਟਣਾ, ਦਿਨ ਫਿਰਨੇ, ਧੱਕਾ ਕਰਨਾ, ਦੰਦ ਖੱਟੇ ਕਰਨਾ, ਪਾਪੜ ਵੇਲਣਾ। ਤਾਂ ਇਸ ਤਰੀਕੇ ਨਾਲ ਹੀ ਥੱਲੇ 2 ਨਮੂਨੇ ਮੈਂ ਦਿੱਤੇ ਆ। ਜਿਵੇਂ ਪਹਿਲੇ ਨੰਬਰ ਤੇ ਹੈ ਸ਼ਰਧਾਲੂ। ਹੁਣ ਇਹ ਮੁਹਾਵਰਾ ਨਹੀਂ ਮੰਨ ਲਓ ਤੁਹਾਡੀ ਵਿਆਕਰਨ ਵਿੱਚ ਹੈ, ਪਰ ਔਖੇ ਸ਼ਬਦਾਂ ਦੇ ਵਿੱਚ ਇਹ ਆਉਂਦਾ ਸ਼ਰਧਾਲੂ। ਸ਼ਰਧਾਲੂ ਦਾ ਅਰਥ ਹੈ ਸ਼ਰਧਾ ਰੱਖਣ ਵਾਲੇ। ਤਾਂ ਤੁਸੀਂ ਉੱਥੇ ਪੇਪਰ ਦੇ ਵਿੱਚ ਅਰਥ ਸਪਸ਼ਟ ਨਹੀਂ ਕਰਨਾ ਵੀ ਸ਼ਰਧਾ ਰੱਖਣ ਵਾਲੇ। ਤੁਹਾਨੂੰ ਸ਼ਰਧਾਲੂ ਆਇਆ, ਤੁਸੀਂ ਕੋਈ ਵੀ ਇਹਦਾ ਵਾਕ ਬਣਾਉਣਾ। ਵਾਕ ਤੋਂ ਭਾਵ ਹੈ ਕੋਈ ਇਹੋ ਜਿਹਾ ਵਾਕ ਪੂਰਾ ਕਰਨਾ ਜਿਹਦੇ ਵਿੱਚ ਸ਼ਰਧਾਲੂ ਸ਼ਬਦ ਆਉਂਦਾ ਹੋਵੇ। ਜਿਵੇਂ ਆਪਾਂ ਸਿੰਪਲ ਜਿਹਾ ਵਾਕ ਬਣਾਉਣੇ ਆ, ਸ਼ਰਧਾਲੂ ਲੋਕ ਦਾਨ ਪੁੰਨ ਕਰਦੇ ਹਨ, ਇੱਕ ਵਾਕ ਬਣ ਗਿਆ। ਹੁਣ ਕਈ ਵਾਰੀ ਵਿਦਿਆਰਥੀ ਕੀ ਕਰਦੇ ਆ, ਵਿਦਿਆਰਥੀ ਅਰਥ ਲਿਖ ਦਿੰਦੇ ਆ ਤੇ ਵਾਕ ਬਣਾਉਂਦੇ ਨੇ ਸ਼ਰਧਾ ਰੱਖਣ ਵਾਲੇ ਲੋਕ ਦਾਨ ਪੁੰਨ ਕਰਦੇ ਹਨ। ਨਹੀਂ, ਇਹ ਗਲਤ ਹੋਵੇਗਾ, ਕਿਉਂਕਿ ਉੱਪਰ ਤੁਹਾਨੂੰ ਪਹਿਲੇ ਨੰਬਰ ਤੇ ਜਿਹੜੀ ਹੈਡਿੰਗ ਉਹ ਲਿਖ ਰੱਖਿਆ ਕੋਈ 5 ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ। ਭਾਵ ਕਿ ਜੋ ਪੇਪਰ ਸੈੱਟ ਕਰਨ ਵਾਲੇ ਨੇ ਤੁਹਾਨੂੰ ਸ਼ਬਦ ਦਿੱਤਾ, ਤੁਸੀਂ ਉਸ ਸ਼ਬਦ ਨੂੰ ਆਪਣੇ ਵਾਕ ਵਿੱਚ ਲੈ ਕੇ ਆਉਣਾ। ਤਾਂ ਇੱਥੇ ਅਰਥ ਨਹੀਂ ਲਿਖਣਾ, ਜੋ ਸਾਨੂੰ ਮੁਹਾਵਰੇ ਦੇ ਸ਼ਬਦ ਆਏ ਆ ਉਹੀ ਸ਼ਬਦ ਤੁਸੀਂ ਆਪਣੇ ਵਾਕ ਦੇ ਵਿੱਚ ਵਰਤਨੇ ਨੇ। ਦੂਜੇ ਨੰਬਰ ਤੇ ਸਾਡੇ ਕੋਲੇ ਢੇਰੀ ਢਾਉਣਾ। ਢੇਰੀ ਢਾਉਣਾ ਤੁਹਾਡੇ ਪੰਜਾਬੀ ਦੀ ਵਿਆਕਰਨ ਜਿਹੜੀ ਹੈ ਉਹਨਾਂ ਦੇ ਵਿੱਚੋਂ ਇੱਕ ਮੁਹਾਵਰਾ। ਢੇਰੀ ਢਾਉਣਾ ਦਾ ਮਤਲਬ ਹੁੰਦਾ ਹਿੰਮਤ ਹਾਰਨਾ। ਤਾਂ ਇੱਥੇ ਵੀ ਅਸੀਂ ਜਿਹੜਾ ਵਾਕ ਬਣਾਉਣਾ ਉਹ ਇਸ ਤਰੀਕੇ ਦਾ ਬਣਾ ਸਕਦੇ ਹਾਂ, ਜਿਵੇਂ ਜ਼ਿੰਦਗੀ ਵਿੱਚ ਮੁਸੀਬਤ ਆਉਣ ਤੇ ਵੀ ਢੇਰੀ ਨਹੀਂ ਢਾਉਣੀ ਚਾਹੀਦੀ। ਤਾਂ ਇੱਥੇ ਅਸੀਂ ਇਹ ਨਹੀਂ ਬਣਾਉਣਾ ਕਿ ਜ਼ਿੰਦਗੀ ਵਿੱਚ ਮੁਸੀਬਤ ਆਉਣ ਤੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ। ਅਸੀਂ ਜੋ ਸ਼ਬਦ ਸਾਨੂੰ ਮੁਹਾਵਰੇ ਵਿੱਚ ਦਿੱਤਾ ਗਿਆ ਉਸੇ ਸ਼ਬਦ ਨੂੰ ਵਰਤ ਕੇ ਅਸੀਂ ਆਪਣਾ ਜਿਹੜਾ ਵਾਕ ਹੈ ਉਹ ਪੂਰਾ ਕਰਾਂਗੇ। ਤਾਂ ਇਸ ਗੱਲ ਦਾ ਇੱਥੇ ਖਾਸ ਤੌਰ ਤੇ ਜਿਹੜਾ ਖਿਆਲ ਹੈ ਉਹ ਅਸੀਂ ਰੱਖਣਾ ਹੈ। ਉਸ ਤੋਂ ਬਾਅਦ ਵਿਦਿਆਰਥੀਓ ਸਾਡੇ ਕੋਲੇ ਪ੍ਰਸ਼ਨ ਨੰਬਰ 11 ਹੈ। ਪ੍ਰਸ਼ਨ ਨੰਬਰ 11 ਦੇ ਵਿੱਚ ਕੀ ਹੈ, ਵਾਕ ਵਿੱਚੋਂ ਨਾਮ ਪ੍ਰਨਾਮ ਕਿਰਿਆ ਵਿਸ਼ੇਸ਼ਣ ਦੀ ਪਛਾਣ ਕਰਨਾ। ਤਾਂ ਇਹ ਜਿਹੜਾ ਪ੍ਰਸ਼ਨ ਹੈ ਤੁਹਾਨੂੰ ਜਿਵੇਂ ਹੇਠ ਲਿਖੇ ਵਾਕ ਵਿੱਚੋਂ ਕਿਰਿਆ ਸ਼ਬਦ ਚੁਣੋ, ਤਾਂ ਇਹੋ ਜਿਹਾ ਪ੍ਰਸ਼ਨ ਆ ਸਕਦਾ, ਜਾਂ ਨਾਮ ਸ਼ਬਦ ਚੁਣੋ, ਜਾਂ ਵਿਸ਼ੇਸ਼ਣ ਸ਼ਬਦ ਚੁਣੋ, ਜਾਂ ਸੰਬੰਧਕ ਚੁਣੋ। ਤਾਂ ਇਸ ਨਾਲ ਦਾ ਤੁਹਾਡਾ ਕਹਿਣ ਤੋਂ ਭਾਵ ਹੈ ਸਿਲੇਬਸ ਦੇ ਵਿੱਚ ਜੋ ਵੀ ਤੁਹਾਡੀ ਵਿਆਕਰਨ ਹੈ ਉਹਦੇ ਆਧਾਰ ਦੇ ਉੱਪਰ ਤੁਹਾਡਾ ਜਿਹੜਾ ਪ੍ਰਸ਼ਨ ਕੋਈ ਵੀ ਇਹ ਆ ਸਕਦਾ ਹੈ। ਤਾਂ ਇਹਨੂੰ ਅਸੀਂ ਇੱਥੇ ਬਹੁ ਵਿਕਲਪੀ ਪ੍ਰਸ਼ਨ ਨਹੀਂ ਹੋਵੇਗਾ, ਬਲਕਿ ਇਹ ਇੱਕ ਵਸਤੂਨਿਸ਼ਟ ਪ੍ਰਸ਼ਨ ਜਿਹੜਾ ਉਹ ਹੋਵੇਗਾ। ਜਿਵੇਂ ਪ੍ਰਸ਼ਨ ਹੈ ਸਾਡੇ ਕੋਲੇ ਗੁਰਨਾਮ ਕਿਤਾਬ ਪੜ੍ਹਦਾ ਹੈ, ਤਾਂ ਇਹਦੇ ਵਿੱਚ ਅਸੀਂ ਕਿਰਿਆ ਚੁਣਨੀ ਹੈ। ਤਾਂ ਕਿਰਿਆ ਦੇ ਵਿੱਚ ਕੀ ਹੋਵੇਗੀ, ਪੜ੍ਹਦਾ। ਤਾਂ ਜੇ ਮੰਨ ਲਓ ਇਹਦੇ ਵਿੱਚ ਹੀ ਉਹ ਸਾਨੂੰ ਕਹਿ ਦਿੰਦੇ ਆ ਕਿ ਨਾਮ ਚੁਣੋ, ਤਾਂ ਨਾਮ ਕਿਹੜਾ ਹੋ ਗਿਆ ਸਾਡੇ ਕੋਲੇ, ਗੁਰਨਾਮ ਵੀ ਨਾਮ ਹੋ ਗਿਆ ਤੇ ਕਿਤਾਬ ਵੀ ਨਾਮ ਹੋ ਗਿਆ। ਤਾਂ ਇਸ ਤਰੀਕੇ ਦੇ ਨਾਲ ਜਿਹੜਾ ਇਹ ਪ੍ਰਸ਼ਨ ਨੰਬਰ 10 ਹੈ 11 ਇਹ ਆਵੇਗਾ ਤੇ ਇਹਦੇ 2 ਅੰਕ ਜਿਹੜੇ ਆ ਉਹ ਹੋਣਗੇ। ਇਸ ਤੋਂ ਅੱਗੇ ਆਪਾਂ ਵਿਦਿਆਰਥੀਓ ਚੱਲਦੇ ਹਾਂ ਪ੍ਰਸ਼ਨ ਨੰਬਰ 12 ਤੇ। ਪ੍ਰਸ਼ਨ ਨੰਬਰ 12 ਦੇ ਵਿੱਚ ਵਿਦਿਆਰਥੀਓ ਤੁਹਾਨੂੰ ਤੁਹਾਡੇ ਸਿਲੇਬਸ ਦੇ ਵਿੱਚ 15 ਜਿਹੜੇ ਨਿਬੰਧ ਹੈ ਉਹ ਦਿੱਤੇ ਗਏ ਨੇ। ਇਹਦੇ ਵਿੱਚੋਂ ਕੋਈ ਵੀ 5 ਵਿਸ਼ੇ ਦੇ ਕੇ ਇੱਕ ਵਿਸ਼ੇ ਦੇ ਉੱਪਰ ਜਿਹੜਾ ਲੇਖ ਹੈ ਤੁਹਾਨੂੰ ਲਿਖਣ ਲਈ ਕਿਹਾ ਜਾਵੇਗਾ। ਤਾਂ ਇਹਦੇ 10 ਅੰਕ ਹੋਣਗੇ। ਇਹਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਜੋ ਸਿਲੇਬਸ ਹੈ ਉਸ ਆਧਾਰ ਦੇ ਉੱਤੇ ਮੈਂ ਵਿਦਿਆਰਥੀਆਂ ਦੀ ਵੰਡ ਕੀਤੀ ਹੈ ਕਿ ਲੇਖ ਕਿਸ ਤਰੀਕੇ ਦੇ ਨੇ, ਤੁਸੀਂ ਇਹਨਾਂ ਨੂੰ ਕਿਵੇਂ ਯਾਦ ਕਰਨਾ। ਜਦੋਂ ਤੁਸੀਂ ਇਹਦਾ ਪੈਟਰਨ ਸਮਝ ਲਓਗੇ ਨਾ ਤਾਂ ਤੁਹਾਨੂੰ ਯਾਦ ਕਰਨ ਵਿੱਚ ਆਸਾਨੀ ਹੋਵੇਗੀ। ਜਿਵੇਂ ਦੇਖੋ ਪਹਿਲੇ ਨੰਬਰ ਤੇ ਹੈ ਦ੍ਰਿਸ਼ ਵਰਣਨ, ਭਾਵ ਕਿ ਇਹ ਦੋਨੋਂ ਲੇਖ ਇੱਕੋ ਜਿਹੇ ਹੈ, ਅੱਖੀ ਡਿੱਠਾ ਮੇਲਾ ਤੇ ਅੱਖੀ ਡਿੱਠਾ ਮੈਚ, ਦੋਨਾਂ ਦੇ ਵਿੱਚ ਇੱਕੋ ਹੀ ਪੈਟਰਨ ਹੈ। ਅਸੀਂ ਘਰੋਂ ਜਾਵਾਂਗੇ, ਘਰੋਂ ਜਾਣ ਤੋਂ ਬਾਅਦ ਅਸੀਂ ਰਾਹ ਦੇ ਵਿੱਚ ਹੋਵਾਂਗੇ, ਰਾਹ ਤੋਂ ਬਾਅਦ ਅਸੀਂ ਉੱਥੇ ਜਾ ਕੇ ਮੈਚ ਦੇਖਾਂਗੇ ਜਾਂ ਮੇਲਾ ਦੇਖਾਂਗੇ, ਦੋਨਾਂ ਦਾ ਪੈਟਰਨ ਹੈ ਇੱਕੋ ਜਿਹਾ ਹੀ ਹੈ। ਤਾਂ ਤੁਸੀਂ ਇਹਨਾਂ ਨੂੰ ਯਾਦ ਵੀ ਇਸੇ ਤਰੀਕੇ ਨਾਲ ਹੀ ਕਰਨਾ ਹੈਗਾ, ਤਾਂ ਕਿ ਇੱਕ ਨੂੰ ਯਾਦ ਕਰ ਲਓਗੇ ਉਸ ਤੋਂ ਬਾਅਦ ਦੂਜੇ ਨੂੰ ਪੜ੍ਹੋਗੇ ਤੁਹਾਨੂੰ ਬਿਲਕੁਲ ਹੀ ਆਸਾਨ ਲੱਗੇਗਾ। ਉਸ ਤੋਂ ਬਾਅਦ ਅਗਲੇ ਜਿਹੜੇ 2 ਲੇਖ ਆ ਸਾਡੇ ਕੋਲੇ ਤੁਹਾਡੇ ਸਿਲੇਬਸ ਦੇ ਵਿੱਚ ਹੈ ਉਹ ਦੋਨੋਂ ਤਿਉਹਾਰ ਨੇ, ਜਿਵੇਂ ਦੀਵਾਲੀ ਤੇ ਲੋਹੜੀ। ਦੋਨਾਂ ਦੇ ਵਿੱਚ ਹੀ ਲਗਭਗ ਜਿਹੜੀ ਹੈ ਸਮਾਨਤਾ ਹੈ, ਕਿਉਂਕਿ ਦੋਨਾਂ ਦੇ ਵਿੱਚ ਹੀ ਅਸੀਂ ਖੁਸ਼ੀ ਮਨਾਉਣੇ ਹੋ। ਇੱਕ ਦੀ ਖੁਸ਼ੀ ਮਨਾਉਣ ਦਾ ਆਧਾਰ ਹੋਰ ਹੈ ਤੇ ਇੱਕ ਦੀ ਖੁਸ਼ੀ ਮਨਾਉਣ ਦਾ ਆਧਾਰ ਜਿਹੜਾ ਉਹ ਹੋਰ ਹੈ, ਪਰ ਦੋਨਾਂ ਦੇ ਵਿੱਚ ਅਸੀਂ ਚਾਅ ਉਲਾਰ ਦੇ ਨਾਲ ਖੁਸ਼ੀਆਂ ਮਨਾਉਣੇ ਆ। ਤਾਂ ਜਦੋਂ ਤੁਸੀਂ 2 ਲੇਖਾਂ ਨੂੰ ਆਪਸ ਵਿੱਚ ਕੋਰਿਲੇਟ ਕਰਕੇ ਪੜ੍ਹੋਗੇ ਤਾਂ ਤੁਸੀਂ ਆਸਾਨੀ ਦੇ ਨਾਲ ਹੀ ਇਹਨਾਂ ਨੂੰ ਯਾਦ ਜਿਹੜਾ ਉਹ ਕਰ ਸਕੋਗੇ। ਉਸ ਤੋਂ ਬਾਅਦ ਸਾਡੇ ਕੋਲੇ ਹੈ ਜਿਹੜੇ 2 ਲੇਖ ਹੈ ਰਾਸ਼ਟਰੀ ਤਿਉਹਾਰ ਹੈ 15 ਅਗਸਤ ਤੇ 26 ਜਨਵਰੀ। ਦੋਨਾਂ ਦਾ ਜਿਹੜਾ ਮਨਾਉਣ ਦਾ ਉਦੇਸ਼ ਹੈ ਉਹ
15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ ਸੀ ਤੇ 26 ਜਨਵਰੀ ਨੂੰ ਸਾਡਾ ਜਿਹੜਾ ਸੰਵਿਧਾਨ ਹੈ ਉਹ ਲਾਗੂ ਹੋਇਆ ਸੀ। ਬਾਕੀ ਦੋਨਾਂ ਲੇਖਾਂ ਦੇ ਵਿੱਚ ਸਭ ਕੁਝ ਸੇਮ ਹੀ ਆਉਂਦਾ ਹੈ। ਦੋਨਾਂ ਦੇ ਵਿੱਚ ਹੀ ਅਸੀਂ ਸਟੇਡੀਅਮ ਵਿੱਚ ਜਾਂਦੇ ਆ, ਦੋਨਾਂ ਦੇ ਵਿੱਚ ਹੀ ਪੀਟੀ ਹੁੰਦੀ ਹੈ, ਦੋਨਾਂ ਦੇ ਵਿੱਚ ਹੀ ਝਾਕੀਆਂ ਕੱਢੀਆਂ ਜਾਂਦੀਆਂ ਨੇ। ਤਾਂ ਬਿਲਕੁਲ ਹੀ ਸੇਮ ਤਰੀਕੇ ਦੇ ਨਾਲ ਜਿਹੜਾ ਹੈਗਾ ਦੋਨਾਂ ਦੇ ਵਿੱਚ ਹੀ ਜਿਹੜਾ ਮੰਨ ਲਓ ਇੱਕੋ ਤਰੀਕੇ ਨਾਲ ਅਸੀਂ ਇੱਕ ਲੇਖ ਨੂੰ ਯਾਦ ਕਰਾਂਗੇ, ਤਾਂ ਉਸ ਤੋਂ ਬਾਅਦ ਜਦੋਂ ਅਸੀਂ ਸਮਝ ਕੇ ਵੀ ਉਹਦੇ ਨਾਲ ਮਿਲਦਾ ਦੂਜੇ ਨੂੰ ਪੜਾਂਗੇ ਤਾਂ ਬਿਲਕੁਲ ਹੀ ਆਸਾਨੀ ਦੇ ਨਾਲ ਸਾਨੂੰ ਲੇਖ ਜਿਹੜਾ ਉਹ ਯਾਦ ਹੋ ਜਾਵੇਗਾ। ਤਾਂ ਉਸ ਤੋਂ ਬਾਅਦ ਜਿਵੇਂ ਅੱਗੇ ਸਾਡੇ ਕੋਲ 3 ਲੇਖ ਹੈ ਜੀਵਨੀਆਂ ਨੇ। ਇਹਦੇ ਵਿੱਚ ਸ਼ਹੀਦ ਭਗਤ ਸਿੰਘ, ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਇਹ ਤਿੰਨੋਂ ਜੀਵਨੀਆਂ ਨੇ। ਜਦੋਂ ਤੁਸੀਂ ਇਹਨਾਂ ਨੂੰ ਇੱਕੋ ਤਰੀਕੇ ਨਾਲ ਪੜ੍ਹੋਗੇ, ਯਾਨੀ ਕਿ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਤਾਂ ਤੁਹਾਨੂੰ ਇਹਨਾਂ ਨੂੰ ਪੜ੍ਹਨ ਦੇ ਵਿੱਚ ਉਹ ਆਸਾਨੀ ਹੋਏਗੀ। ਉਸ ਤੋਂ ਬਾਅਦ ਵਿਦਿਆਰਥੀਓ ਸਾਡੇ ਕੋਲ ਅੱਗੇ ਜਿਹੜੇ 3 ਲੇਖ ਹੈ ਉਹ ਹੈ ਸੰਚਾਰ ਦੇ ਸਾਧਨ। ਜਿਵੇਂ ਪਹਿਲੇ ਨੰਬਰ ਤੇ ਹੈ ਟੈਲੀਵਿਜ਼ਨ ਦੇ ਲਾਭ ਹਾਨੀਆਂ, ਦੂਜੇ ਨੰਬਰ ਤੇ ਹੈ ਸਾਡੇ ਕੋਲੇ ਸਿਨੇਮਾ। ਇਹਦੇ ਵਿੱਚ ਵੀ ਅਸੀਂ ਇਹੀ ਦੱਸਾਂਗੇ ਕਿ ਮੰਨ ਲਓ ਲੋਕਾਂ ਨੂੰ ਸਿਨੇਮੇ ਤੋਂ ਲਾਭ ਹੁੰਦਾ ਕਿ ਹਾਨੀ ਹੁੰਦੀ ਹੈ। ਤੀਜੇ ਨੰਬਰ ਤੇ ਸਾਡੇ ਕੋਲੇ ਅਖਬਾਰਾਂ ਦੇ ਲਾਭ ਹਾਨੀਆਂ। ਤਾਂ ਤਿੰਨੋਂ ਲੇਖ ਲਗਭਗ ਇੱਕੋ ਜਿਹੇ ਨੇ। ਤਾਂ ਜੇਕਰ ਅਸੀਂ ਇੱਕ ਲੇਖ ਨੂੰ ਪੜ੍ਹ ਕੇ ਦੂਜਿਆਂ ਨੂੰ ਕਨਸੈਪਟ ਨੂੰ ਸਮਝ ਕੇ ਪੜਾਂਗੇ ਤਾਂ ਸਾਨੂੰ ਬਿਲਕੁਲ ਹੀ ਉਹਦੇ ਵਿੱਚ ਆਸਾਨੀ ਹੋਵੇਗੀ। ਤਾਂ ਉਸ ਤੋਂ ਬਾਅਦ ਸਾਡੇ ਕੋਲੇ ਅਗਲਾ ਜਿਹੜਾ ਵਿਸ਼ਾ ਉਹ ਹੈ ਸਮੱਸਿਆਵਾਂ। ਇਹਦੇ ਵਿੱਚ ਕੀ ਹੈ, ਸਾਡੇ ਕੋਲੇ 3 ਸਮੱਸਿਆਵਾਂ ਨੇ ਤੁਹਾਡੇ ਸਿਲੇਬਸ ਦੇ ਅਨੁਸਾਰ। ਪਹਿਲੇ ਨੰਬਰ ਤੇ ਹੈ ਵੱਧਦੀ ਆਬਾਦੀ ਦੀ ਸਮੱਸਿਆ, ਫਿਰ ਦਾਜ ਦੀ ਸਮੱਸਿਆ, ਫਿਰ ਪ੍ਰਦੂਸ਼ਣ ਦੀ ਸਮੱਸਿਆ। ਤਾਂ ਕਹਿਣ ਤੋਂ ਭਾਵ ਹੈ ਤਿੰਨਾਂ ਦਾ ਵਿਸ਼ਾ ਜਿਹੜਾ ਉਹ ਇੱਕੋ ਹੈ। ਵਿਦਿਆਰਥੀਓ ਜਦੋਂ ਤੁਸੀਂ ਇਹਨਾਂ ਨੂੰ ਵੰਡ ਕਰਕੇ ਪੜੋਗੇ ਕਿ ਦ੍ਰਿਸ਼ ਵਰਣਨ ਜਦੋਂ ਪੜ੍ਹਨਾ ਉਦੋਂ ਦੋਨੋਂ ਲੇਖ ਇਕੱਠੇ ਪੜੋ, ਤਿਉਹਾਰ ਪੜ੍ਹਨਾ ਦੋਨੋਂ ਲੇਖ ਇਕੱਠੇ ਪੜੋ, ਰਾਸ਼ਟਰੀ ਤਿਉਹਾਰ ਪੜ੍ਹਨਾ ਦੋਨੇ ਲੇਖ ਇਕੱਠੇ ਪੜੋ, ਤਾਂ ਤੁਹਾਨੂੰ ਇਹਨਾਂ ਨੂੰ ਪੜ੍ਹਨ ਦੇ ਵਿੱਚ ਉਹ ਆਸਾਨੀ ਹੋਵੇਗੀ। ਹੁਣ ਅਸੀਂ ਗੱਲ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਕ ਲੇਖ ਜਿਹੜਾ ਉਹਨੂੰ ਵਧੀਆ ਤਰੀਕੇ ਨਾਲ ਅਸੀਂ ਲਿਖ ਸਕਦੇ ਹਾਂ। ਤਾਂ ਇੱਕ ਮੈਂ ਵਿਦਿਆਰਥੀਓ ਇੱਕ ਨਮੂਨੇ ਦੇ ਤੌਰ ਤੇ ਇੱਕ ਲੇਖ ਤੁਹਾਨੂੰ ਦਿਖਾ ਰਿਹਾ। ਜਿਵੇਂ ਇੱਕ ਲੇਖ ਹੈ ਸਾਡੇ ਕੋਲੇ ਵੱਧਦੀ ਆਬਾਦੀ ਦੀ ਸਮੱਸਿਆ। ਹੁਣ ਕਿਸੇ ਵੀ ਲੇਖ ਨੂੰ, ਨਿਬੰਧ ਨੂੰ ਲਿਖਣ ਦੇ 2 ਤਰੀਕੇ ਹੁੰਦੇ ਨੇ। ਪਹਿਲਾ ਤਰੀਕਾ ਕੀ ਹੈ? ਪਹਿਲਾ ਤਰੀਕਾ ਹੈ ਵੀ ਇੱਕ ਅਸੀਂ ਲਿਖਣਾ ਸ਼ੁਰੂ ਕਰਤਾ, ਪਹਿਰੇ ਵਿੱਚ ਲਿਖੀ ਗਏ ਤਾਂ ਅਸੀਂ ਆਪਣਾ ਲੇਖ ਜਿਹੜਾ ਉਹ ਸਮਾਪਤ ਕਰਤਾ। ਕਈ ਵਾਰੀ ਕੀ ਹੁੰਦਾ, ਇੱਕ ਲਾਈਨ ਵਿੱਚੋਂ ਸਾਨੂੰ ਭੁੱਲ ਜਾਂਦੀ ਹੈ ਜਾਂ 2 ਲਾਈਨਾਂ ਭੁੱਲ ਜਾਂਦੀਆਂ, ਤਾਂ ਸਾਡਾ ਜਿਹੜਾ ਉਹ ਜਿੰਨਾ ਅਸੀਂ ਲੇਖ ਲਿਖਣਾ ਚਾਹੁੰਦੇ ਹਾਂ, ਜਿੰਨੇ ਸ਼ਬਦ ਅਸੀਂ ਕਰਨੇ ਚਾਹੁੰਦੇ ਹਾਂ, ਤਾਂ ਉਹ ਪੂਰੇ ਨਹੀਂ ਹੁੰਦੇ। ਤਾਂ ਦੂਜਾ ਵਿਦਿਆਰਥੀ ਇਹਦਾ ਤਰੀਕਾ ਜੋ ਤੁਹਾਡੇ ਸਾਹਮਣੇ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ, ਇਹ ਹੈ ਪੁਆਇੰਟ ਵਾਈਜ਼ ਭਾਵ ਕੀ ਹੈ, ਤੁਸੀਂ ਕੋਈ ਵੀ ਲੇਖ ਹੈ ਜਿਵੇਂ ਵੱਧਦੀ ਆਬਾਦੀ ਦੀ ਸਮੱਸਿਆ ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਹੈ ਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੈ ਜਾਂ 15 ਅਗਸਤ ਹੈ, 26 ਜਨਵਰੀ, ਕੋਈ ਵੀ ਲੇਖ ਹੈ, ਤੁਸੀਂ ਉਹਨੂੰ ਪੁਆਇੰਟਾਂ ਵਿੱਚ ਵੰਡ ਲੈਣਾ। ਜਿਵੇਂ ਸਾਡੇ ਕੋਲੇ ਇਹ ਲੇਖ ਹੈ ਵੱਧਦੀ ਆਬਾਦੀ ਦੀ ਸਮੱਸਿਆ, ਤਾਂ ਸਾਡੇ ਕੋਲੇ 2 ਮੇਨ ਪੁਆਇੰਟ ਇਹਦੇ ਆਉਂਦੇ ਆ। ਇੱਕ ਤਾਂ ਵੱਧਦੀ ਆਬਾਦੀ ਦੀ ਸਮੱਸਿਆ ਦਾ ਨੁਕਸਾਨ ਕੀ ਹੈ, ਤੇ ਦੂਜਾ ਸਾਡੇ ਕੋਲੇ ਪੁਆਇੰਟ ਆਉਂਦਾ ਵੀ ਆਬਾਦੀ ਵੱਧਦੀ ਕਿਉਂ ਹੈ, ਵੀ ਇਹਦਾ ਕਾਰਨ ਕੀ ਹੈ। ਤਾਂ ਪਹਿਲੇ ਨੰਬਰ ਤੇ ਅਸੀਂ ਉਹਦਾ ਨੁਕਸਾਨ ਜਿਹੜਾ ਉਹਦੇ ਨੁਕਸਾਨ ਦੱਸਾਂਗੇ ਵੀ ਕਿਉਂ ਨੁਕਸਾਨ ਹੈ ਇਹਦੇ। ਪਹਿਲੇ ਨੰਬਰ ਤੇ ਸਾਨੂੰ ਨੁਕਸਾਨ ਕੀ ਹੈ, ਅੰਨ ਦੀ ਘਾਟ। ਹੁਣ ਤੁਸੀਂ ਅੰਨ ਦੀ ਘਾਟ ਪੜ੍ਹ ਕੇ ਉਸ ਤੋਂ ਬਾਅਦ ਇਹਦਾ ਜਿਹੜੀ ਦੀ ਵਿਆਖਿਆ ਉਹ ਪੜ੍ਹ ਲਓਗੇ, ਤਾਂ ਉੱਥੇ ਜਾ ਕੇ ਜਦੋਂ ਤੁਸੀਂ ਅੰਨ ਦੀ ਘਾਟ ਆਪਦਾ ਪੁਆਇੰਟ ਲਿਖੋਗੇ ਤਾਂ ਉਹਦੇ ਬਾਰੇ ਲਿਖਣਾ ਤੁਹਾਨੂੰ ਬਿਲਕੁਲ ਆਸਾਨ ਹੋ ਜਾਵੇਗਾ। ਕਹਿਣ ਤੋਂ ਭਾਵ ਹੈ ਤੁਸੀਂ ਉੱਥੇ ਪੁਆਇੰਟਾਂ ਨੂੰ ਪੜ੍ਹ ਕੇ ਜਾਣਾ। ਜਿਵੇਂ ਅੰਨ ਦੀ ਘਾਟ ਹੈ ਤਾਂ ਉੱਥੇ ਤੁਸੀਂ ਆਪਦੇ ਨੂੰ ਲਿਖ ਸਕਦੇ ਹੋ ਕਿ ਜੇਕਰ ਆਬਾਦੀ ਵਧੇਗੀ ਤਾਂ ਜਿਹੜਾ ਖਾਣ ਪੀਣ ਵਾਲਾ ਸਮਾਨ ਹੈ ਉਹ ਘਟ ਜਾਵੇਗਾ, ਜੇ ਸਮਾਨ ਘਟੇਗਾ ਤਾਂ ਲੋਕ ਜਿਹੜੇ ਆ ਉਹ ਭੁੱਖੇ ਰਹਿਣਗੇ। ਉਸ ਤੋਂ ਬਾਅਦ ਦੂਜੇ ਨੰਬਰ ਤੇ ਕੀ ਹੈ, ਮਹਿੰਗਾਈ ਵਿੱਚ ਵਾਧਾ। ਭਾਵ ਕਿ ਜੇ ਆਬਾਦੀ ਵਧੇਗੀ ਤਾਂ ਜਦੋਂ ਸਮਾਨ ਘੱਟ ਹੋਊਗਾ ਤੇ ਸਮਾਨ ਨੂੰ ਵਰਤਣ ਵਾਲੇ ਵੱਧ ਹੋਣਗੇ ਤਾਂ ਜਿਹੜੀ ਮਹਿੰਗਾਈ ਹੈ ਉਹ ਵਧ ਜਾਵੇਗੀ। ਉਸ ਤੋਂ ਬਾਅਦ ਕੀ ਹੈ, ਭ੍ਰਿਸ਼ਟਾਚਾਰ ਵਿੱਚ ਵਾਧਾ। ਪੁਆਇੰਟ ਤੁਸੀਂ ਯਾਦ ਕਰਨਾ, ਲਿਖਣਾ ਉੱਥੇ ਆ ਕਿ ਆਪੇ ਹੈ ਕਿ ਜਦੋਂ ਆਬਾਦੀ ਵਧੇਗੀ ਤਾਂ ਨੌਕਰੀਆਂ ਘੱਟ ਹੋਣਗੀਆਂ, ਨੌਕਰੀਆਂ ਲੈਣ ਵਾਲੇ ਵੱਧ ਹੋਣਗੇ। ਹੁਣ ਜਦੋਂ ਨੌਕਰੀਆਂ ਲੈਣ ਵਾਲੇ ਜਿਹੜੇ ਆ ਉਹ ਲੱਖ ਬੰਦਾ ਤੇ ਨੌਕਰੀ ਜਿਹੜੀ ਹੈਗੀ ਆ ਉਹ ਸਰਕਾਰ 500 ਕੱਢਦੀ ਹੈ, ਤਾਂ ਹੋ ਸਕਦਾ ਕਿ ਇਹਦੇ ਨਾਲ ਭ੍ਰਿਸ਼ਟਾਚਾਰ ਵੱਧ ਜਾਵੇ। ਜਿਵੇਂ ਕਿ ਕੋਈ ਅਮੀਰ ਬੰਦਾ ਕਹੇਗਾ ਕਿ ਮੈਂ ਪੈਸੇ ਦੇ ਕੇ ਮੈਨੂੰ ਨੌਕਰੀ ਦੇ ਦਿਓ, ਹਾਲਾਂਕਿ ਹੁੰਦਾ ਨਹੀਂ, ਪਰ ਇਹਦੇ ਚਾਂਸ ਜਿਹੜੇ ਆ ਉਹ ਵੱਧ ਜਾਂਦੇ ਨੇ। ਉਸ ਤੋਂ ਬਾਅਦ ਹੈ ਅਨਪੜ੍ਹਤਾ ਵਿੱਚ ਵਾਧਾ, ਕਿਉਂਕਿ ਜਿਵੇਂ ਜਿਵੇਂ ਆਬਾਦੀ ਵਧੇਗੀ ਤਾਂ ਉਵੇਂ ਉਵੇਂ ਅਨਪੜ੍ਹਤਾ ਵਿੱਚ ਵਾਧਾ ਵੀ ਹੋਵੇਗਾ। ਕਿਉਂਕਿ ਜੇ ਆਬਾਦੀ ਵਧੇਗੀ ਤਾਂ ਸਾਨੂੰ ਸਕੂਲ ਵੀ ਉਨੇ ਵਧਾਉਣੇ ਪੈਣਗੇ, ਸਾਨੂੰ ਅਧਿਆਪਕ ਵੀ ਉਨੇ ਵਧਾਉਣੇ ਪੈਣਗੇ, ਪਰ ਜੇਕਰ ਉਹ ਉਨੇ ਮਾਤਰਾ ਵਿੱਚ ਨਹੀਂ ਵਧਦੇ ਤਾਂ ਮੰਨ ਕੇ ਚੱਲੋ ਵੀ ਸਾਡੀ ਜਿਹੜੀ ਅਨਪੜ੍ਹਤਾ ਉਹਦੇ ਵਿੱਚ ਵਾਧਾ ਹੋ ਜਾਵੇਗਾ। ਉਸ ਤੋਂ ਬਾਅਦ ਹੀ ਜਿਵੇਂ ਅਗਲਾ ਪੁਆਇੰਟ ਹੈ ਸਹੀ ਪਾਲਣ ਪੋਸ਼ਣ ਦੀ ਕਮੀ। ਤਾਂ ਇਹਦੇ ਵਿੱਚ ਵੀ ਕੀ ਹੈ ਵੀ ਜੇਕਰ ਇੱਕ ਮਾਂ ਪਿਓ ਹੈ, ਉਹਦੇ 1 ਜਵਾਕ ਹੈ ਜਾਂ 2 ਜਵਾਕ ਹੈ ਤਾਂ ਉਹ ਆਸਾਨੀ ਨਾਲ ਉਹਦਾ ਪਾਲਣ ਪੋਸ਼ਣ ਕਰ ਸਕਦਾ, ਪਰ ਜੇ ਇੱਕ ਮਾਂ ਪਿਓ ਦੇ 5 ਬੱਚੇ ਹੋ ਜਾਣ ਜਾਂ ਮੰਨ ਲਓ 7 ਬੱਚੇ ਹੋ ਜਾਣ ਤਾਂ ਉਹਨਾਂ ਦਾ ਪਾਲਣ ਪੋਸ਼ਣ ਜਿਹੜਾ ਉਹ
ਉਹਦੇ ਲਈ ਕਰਨਾ ਉਹ ਬਹੁਤ ਹੀ ਔਖਾ ਹੋ ਜਾਂਦਾ। ਇਵੇਂ ਗਰੀਬੀ ਵਿੱਚ ਵਾਧਾ, ਜੇ ਮੰਨ ਲਓ ਆਬਾਦੀ ਵਧੇਗੀ ਤਾਂ ਗਰੀਬੀ ਜਿਹੜੀ ਆਟੋਮੈਟਿਕ ਹੀ ਉਹ ਵਧੇਗੀ, ਕਿਉਂਕਿ ਬੇਰੁਜ਼ਗਾਰੀ ਹੋਊਗੀ ਤਾਂ ਗਰੀਬੀ ਵੀ ਹੋਊਗੀ। ਇਵੇਂ ਸਾਡੇ ਕੋਲ ਅੱਗੇ ਹੈ ਵੱਧਦੀ ਆਬਾਦੀ ਦੇ ਕਾਰਨ। ਹੁਣ ਕਾਰਨ ਕੀ ਨੇ ਇਹਦੇ? ਕਾਰਨ ਕੀ ਹੈ? ਪਹਿਲਾ ਹੀ ਕਾਰਨ ਹੈ ਸਭ ਤੋਂ ਪਹਿਲਾਂ ਵੀ ਅੰਧ ਵਿਸ਼ਵਾਸ। ਕਈ ਲੋਕ ਮੰਨ ਕੇ ਚੱਲਦੇ ਆ ਵੀ ਜਿਹੜਾ ਬੱਚਾ ਉਹ ਰੱਬ ਦੀ ਦਾਤ ਹੈ, ਵੀ ਇਹ ਤਾਂ ਰੱਬ ਨੇ ਦਿੱਤਾ ਜੀ, ਇਸ ਕਰਕੇ ਉਹ ਇਸ ਚੀਜ਼ ਦੇ ਉੱਪਰ ਕੋਈ ਕੰਟਰੋਲ ਨਹੀਂ ਕਰਦੇ ਤੇ ਆਬਾਦੀ ਜਿਹੜੀ ਆ ਉਹ ਲਗਾਤਾਰ ਵੱਧਦੀ ਜਾਂਦੀ ਹੈ। ਇੱਕ ਹੋਰ ਇਹਦਾ ਪੁਆਇੰਟ ਹੈ ਜਿਵੇਂ ਆਮਦਨੀ ਦਾ ਸਾਧਨ। ਅਕਸਰ ਹੀ ਜਿਹੜੇ ਲੋਕ ਹੈ, ਗਰੀਬ ਲੋਕ ਹੈ, ਉਹ ਇਹ ਸੋਚਦੇ, ਕਿਉਂਕਿ ਉਹਨਾਂ ਨੇ ਹੱਥੀਂ ਕੰਮ ਕਰਨਾ ਹੁੰਦਾ, ਉਹ ਇਹ ਸੋਚ ਕੇ ਚੱਲਦੇ ਆ ਵੀ ਜਿੰਨੇ ਸਾਡੇ ਜਵਾਕ ਵੱਧ ਹੋਣਗੇ ਉਨੇ ਹੀ ਸਾਡੇ ਕੰਮ ਕਰਨ ਵਾਲੇ ਹੱਥ ਜਿਹੜੇ ਆ ਉਹ ਵੱਧ ਹੋਣਗੇ। ਇਹ ਤੋਂ ਭਾਵ ਵੀ ਜਿੰਨੇ ਅਸੀਂ ਜਵਾਕ ਵੱਧ ਸਾਡੇ ਹੋਣਗੇ ਉਨੀ ਸਾਡੀ ਆਮਦਨੀ ਵੱਧ ਹੋਊਗੀ। ਇਸ ਕਰਕੇ ਇਹ ਵੀ ਇੱਕ ਕਾਰਨ ਹੈ ਜਿਹਦੇ ਕਰਕੇ ਜਿਹੜੀ ਆਬਾਦੀ ਆ ਉਹ ਵੱਧਦੀ ਹੈ। ਉਸ ਤੋਂ ਬਾਅਦ ਛੋਟੀ ਉਮਰ ਦੇ ਵਿਆਹ। ਜਿਵੇਂ ਹੁਣ ਤਾਂ ਸਰਕਾਰ ਵੱਲੋਂ ਲਗਭਗ ਹੀ ਰੋਕ ਲਗਾਈ ਜਾ ਚੁੱਕੀ ਹੈ, ਪਰ ਫਿਰ ਵੀ ਅਸੀਂ ਕਿਤੇ ਨਾ ਕਿਤੇ ਦੇਖਦੇ ਹਾਂ ਕਿ ਕੁੜੀਆਂ ਦਾ ਜਿਹੜਾ ਵਿਆਹ ਉਹ ਛੋਟੀ ਉਮਰ ਦੇ ਵਿੱਚ ਹੀ ਉਹ ਕਰ ਦਿੱਤਾ ਜਾਂਦਾ। ਜੇਕਰ ਛੋਟੀ ਉਮਰ ਦੇ ਵਿੱਚ ਹੀ ਬੱਚਿਆਂ ਦੇ ਵਿਆਹ ਹੋਣਗੇ ਤਾਂ ਆਬਾਦੀ ਦਾ ਜਿਹੜਾ ਵਧਣਾ ਉਹ ਲਾਜ਼ਮੀ ਹੈ। ਉਸ ਤੋਂ ਬਾਅਦ ਜਿਵੇਂ ਪੱਖਪਾਤੀ ਸੋਚ, ਜਿਵੇਂ ਅੱਜ ਦੇ ਜ਼ਮਾਨੇ ਵਿੱਚ ਅੱਗੇ ਨਾਲੋਂ ਤਾਂ ਬਹੁਤ ਫਰਕ ਹੈ, ਪਰ ਫਿਰ ਵੀ ਕਈ ਲੋਕ ਸੋਚਦੇ ਆ ਵੀ ਸਾਡੇ ਮੁੰਡਾ ਹੋਣਾ ਜ਼ਰੂਰੀ ਹੈ, ਤਾਂ ਉਹ ਕੀ ਕਰਦੇ ਆ, ਜਿੰਨਾ ਚਿਰ ਮੁੰਡਾ ਨਹੀਂ ਹੁੰਦਾ ਉਹਨਾਂ ਚਿਰ ਜਿਹੜੀਆਂ ਕੁੜੀਆਂ ਉਹ ਜੰਮਦੇ ਰਹਿੰਦੇ ਆ, ਤੇ ਇਸ ਤਰੀਕੇ ਨਾਲ ਜਿਹੜੀ ਆਬਾਦੀ ਆ ਉਹ ਵੱਧ ਸਕਦੀ ਹੈਗੀ ਹੈ। ਤਾਂ ਇਸ ਤਰੀਕੇ ਨਾਲ ਵਿਦਿਆਰਥੀਓ, ਜੇਕਰ ਤੁਸੀਂ ਪੁਆਇੰਟ ਵਿੱਚ ਲਿਖਦੇ ਹੋ, ਇੱਕ ਤਾਂ ਤੁਹਾਨੂੰ ਲਿਖਣ ਦੇ ਵਿੱਚ ਆਸਾਨੀ ਹੋਊਗੀ ਕਿਉਂਕਿ ਤੁਸੀਂ ਸਿਰਫ ਪੁਆਇੰਟ ਯਾਦ ਕਰਕੇ ਜਾਣੇ ਆ। ਇੱਕ ਜਿਹੜਾ ਚੈੱਕ ਕਰਨ ਵਾਲਾ ਅਧਿਆਪਕ ਹੋਵੇਗਾ ਉਹਦੇ ਉੱਤੇ ਡੈਫੀਨੇਟਲੀ ਇਹਦਾ ਅਸਰ ਪਵੇਗਾ ਤੇ ਤੁਹਾਨੂੰ ਉਹ ਨੰਬਰ ਜਿਹੜੇ ਆ ਉਹ ਪੂਰੇ ਬਟਾ ਪੂਰੇ ਜਿਹੜੇ ਆ ਉਹਦੇ ਲਈ ਇੱਕ ਤਰ੍ਹਾਂ ਦੀ ਮਜਬੂਰੀ ਬਣ ਜਾਵੇਗੀ ਕਿ ਵਿਦਿਆਰਥੀ ਨੇ ਇੰਨਾ ਸੋਹਣਾ ਲੇਖ ਲਿਖਿਆ, ਇਹਨੂੰ ਵੱਧ ਤੋਂ ਵੱਧ ਜਿਹੜੇ ਨੰਬਰ ਆ ਉਹ ਦਿੱਤੇ ਜਾਣ। ਉਸ ਤੋਂ ਬਾਅਦ ਵਿਦਿਆਰਥੀਓ ਅਸੀਂ ਗੱਲ ਕਰਦੇ ਹਾਂ ਤੁਹਾਡਾ ਪ੍ਰਸ਼ਨ ਨੰਬਰ 13 ਦੇ ਉੱਤੇ। 13 ਦੇ ਵਿੱਚ ਕੀ ਹੈ? ਤੁਹਾਡੇ ਲਈ ਬਿਨੇ ਪੱਤਰ ਹੈ। ਬਿਨੇ ਪੱਤਰ ਦੇ ਵਿੱਚ ਵਿਦਿਆਰਥੀਓ ਸਾਡੇ ਕੋਲੇ ਇਸ ਸਮੇਂ ਤੁਹਾਡੇ ਸਿਲੇਬਸ ਦੇ ਅਨੁਸਾਰ 10 ਬਿਨੇ ਪੱਤਰ ਨੇ। ਕੋਈ ਵੀ ਪੱਤਰ ਜਿਹੜਾ ਤੁਹਾਡੇ ਸਿਲੇਬਸ ਵਿੱਚ ਨਹੀਂ ਹੈ ਤਾਂ ਬਿਨੇ ਪੱਤਰ, ਜਿਵੇਂ ਪਹਿਲੇ ਨੰਬਰ ਤੇ ਹੈ ਫੀਸ ਮੁਆਫੀ ਲਈ ਸਕੂਲ ਮੁਖੀ ਨੂੰ ਬਿਨੇ ਪੱਤਰ, ਜੁਰਮਾਨਾ ਮੁਆਫੀ ਲਈ ਸਕੂਲ ਮੁਖੀ ਨੂੰ ਬਿਨੇ ਪੱਤਰ। ਵਿਦਿਆਰਥੀਓ ਪੱਤਰ ਤੇ ਬਿਨੇ ਪੱਤਰ 'ਚ ਫਰਕ ਕੀ ਹੈ? ਬਿਨੇ ਪੱਤਰ ਹੁੰਦਾ ਜਦੋਂ ਅਸੀਂ ਕਿਸੇ ਨੂੰ ਬੇਨਤੀ ਕਰਦੇ ਹਾਂ, ਜਿਵੇਂ ਅਸੀਂ ਜੁਰਮਾਨਾ ਮਾਫੀ ਕਰਾਉਣਾ ਤਾਂ ਅਸੀਂ ਸਕੂਲ ਮੁਖੀ ਨੂੰ ਬੇਨਤੀ ਕਰਾਂਗੇ, ਫੀਸ ਮਾਫੀ ਕਰਾਉਣੀ ਹੈ ਤਾਂ ਅਸੀਂ ਬੇਨਤੀ ਕਰਾਂਗੇ। ਜੇਕਰ ਅਸੀਂ ਡਾਕ ਦਾ ਪ੍ਰਬੰਧ ਸੁਧਾਰਨਾ, ਡਾਕੀਆ ਸਾਡਾ ਲਾਪਰਵਾਹ, ਤਾਂ ਅਸੀਂ ਪੋਸਟ ਮਾਸਟਰ ਨੂੰ ਬੇਨਤੀ ਕਰਾਂਗੇ। ਜੇਕਰ ਅਸੀਂ ਆਪਣੇ ਮੁਹੱਲੇ ਦੇ ਸਰਪੰਚ ਨੂੰ ਮੰਨ ਲਓ ਸਫਾਈ ਕਰਨ ਦੇ ਲਈ ਕਹਿਣਾ ਤਾਂ ਅਸੀਂ ਉਹਨੂੰ ਬੇਨਤੀ ਕਰਾਂਗੇ। ਤਾਂ ਪੱਤਰ ਕਿਹੜੇ ਹੁੰਦੇ ਆ? ਜਿਵੇਂ ਅਸੀਂ ਆਪਣੇ ਮਾਂ ਪਿਓ ਨੂੰ ਲਿਖਦੇ ਹਾਂ, ਠੀਕ ਹੈ, ਜਾਂ ਆਪਾਂ ਅਸੀਂ ਆਪਦੇ ਦੋਸਤ ਨੂੰ ਲਿਖਦੇ ਹਾਂ ਵੀ ਆਪਾਂ ਘੁੰਮਣ ਜਾਣਾ ਹੈਗਾ, ਤੂੰ ਮੇਰੇ ਨਾਲ ਚੱਲੇਗਾ, ਠੀਕ ਹੈ, ਜਾਂ ਵੀ ਇਸ ਸਾਲ ਸਾਡੇ ਸਕੂਲ 'ਚ ਸਾਲਾਨਾ ਸਮਾਰੋਹ ਮਨਾਇਆ ਗਿਆ ਸੀਗਾ ਤਾਂ ਉਹਦਾ ਹਾਲ ਜਿਹੜਾ ਆਪਦੇ ਦੋਸਤ ਨੂੰ ਜਾਂ ਆਪਦੀ ਸਹੇਲੀ ਨੂੰ ਲਿਖ ਕੇ ਭੇਜਣਾ। ਤਾਂ ਇਸ ਤਰ੍ਹਾਂ ਦੇ ਪੱਤਰ ਹੁੰਦੇ ਨੇ। ਪਰ ਵਿਦਿਆਰਥੀਓ ਤੁਹਾਡੇ ਸਿਲੇਬਸ ਦੇ ਵਿੱਚ ਫਿਲਹਾਲ ਕੋਈ ਵੀ ਪੱਤਰ ਨਹੀਂ ਹੈ, ਇਹ ਸਾਰੇ ਬਿਨੇ ਪੱਤਰ ਹੀ ਹੈ। ਤਾਂ ਕਹਿਣ ਤੋਂ ਭਾਵ ਹੈ ਤੁਸੀਂ ਸ਼ੁਰੂ ਕਿਵੇਂ ਕਰਨਾ ਇਹਨਾਂ ਨੂੰ? ਸਭ ਤੋਂ ਦੇਖੋ ਮੇਨ ਜਿਹੜੀ ਹੈ ਮਹੱਤਵਪੂਰਨ ਚੀਜ਼ ਹੈ ਵਿਦਿਆਰਥੀਓ ਸਿੱਖਣ ਦੀ ਹੈ ਕਿ ਤੁਸੀਂ ਸ਼ੁਰੂ ਕਿਵੇਂ ਕਰਨਾ, ਕਿਉਂਕਿ ਤੁਹਾਡੇ ਸਾਰੇ ਹੀ ਬਿਨਾ ਪੱਤਰ ਨੇ ਤਾਂ ਤੁਸੀਂ ਸਾਰੇ ਹੀ ਸੇਵਾ ਵਿਖੇ ਤੋਂ ਸ਼ੁਰੂ ਕਰਨੇ ਨੇ। ਕੋਈ ਵੀ ਪ੍ਰੀਖਿਆ ਭਵਨ ਤੋਂ ਸ਼ੁਰੂ ਕਰਨ ਦੀ ਲੋੜ ਨਹੀਂ, ਜਿਹੜਾ ਵੀ ਤੁਹਾਨੂੰ ਪੱਤਰ ਆ ਗਿਆ ਤੁਸੀਂ ਸੇਵਾ ਵਿਖੇ ਤੋਂ ਸ਼ੁਰੂ ਕਰਨਾ। ਉਸ ਤੋਂ ਬਾਅਦ ਜਿਵੇਂ ਕਿ ਸਾਡੇ ਕੋਲੇ ਪਹਿਲੇ ਜਿਹੜੇ ਆ 7 ਬਿਨੇ ਪੱਤਰ ਨੇ, ਇਹ ਸੱਤੋਂ ਦੇ ਸੱਤੋਂ ਸਕੂਲ ਮੁਖੀ ਨੂੰ ਜਾਂਦੇ ਆ। ਤਾਂ ਇਸ ਲਈ ਅਸੀਂ ਇੱਥੇ ਇਹਦਾ ਸੇਵਾ ਵਿਖੇ ਤੋਂ ਬਾਅਦ ਲਿਖਾਂਗੇ ਮੁੱਖ ਅਧਿਆਪਕ। ਤੇ ਜੇਕਰ ਉਸ ਤੋਂ ਅਗਲੇ ਆ ਜਿਵੇਂ ਡਾਕ ਪ੍ਰਬੰਧ ਹੈ, ਠੀਕ ਹੈ, ਜਾਂ ਸਾਡੇ ਕੋਲੇ ਆਪਣੇ ਮੁਹੱਲੇ ਦੇ ਸਰਪੰਚ ਨੂੰ ਸਫਾਈ ਆ, ਜਾਂ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਨੂੰ ਮੁਹੱਲੇ ਦੀ ਸਫਾਈ, ਤਾਂ ਜੇਕਰ ਇਹਨਾਂ ਵਿੱਚੋਂ ਕੋਈ ਪੱਤਰ ਆਉਂਦਾ ਤਾਂ ਅਸੀਂ ਮੁੱਖ ਅਧਿਆਪਕ ਦੀ ਥਾਂ ਤੇ ਜੇ ਸਰਪੰਚ ਨੂੰ ਲਿਖਣਾ ਤਾਂ ਸਰਪੰਚ ਲਿਖਾਂਗੇ, ਜੇਕਰ ਡਾਕੀਏ ਬਾਰੇ ਲਿਖਣਾ ਪੋਸਟ ਮਾਸਟਰ ਨੂੰ ਤਾਂ ਅਸੀਂ ਪੋਸਟ ਮਾਸਟਰ ਲਿਖਾਂਗੇ। ਉਸ ਤੋਂ ਬਾਅਦ ਆਪਣਾ ਜਿਹੜਾ ਸਕੂਲ ਦਾ ਜਿਹੜਾ ਨਾਮ ਹੈ, ਜੇਕਰ ਮੁੱਖ ਅਧਿਆਪਕ ਨੂੰ ਲਿਖ ਰਹੇ ਹੋ ਤਾਂ ਤੁਸੀਂ ਸਰਕਾਰੀ ਮਿਡਲ ਸਕੂਲ ਜਾਂ ਤੁਹਾਡਾ ਹਾਈ ਸਕੂਲ ਜਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋ ਵੀ ਹੈ ਉਹ ਲਿਖੋਗੇ। ਉਸ ਤੋਂ ਬਾਅਦ ਵਿਦਿਆਰਥੀਓ ਕਿਉਂਕਿ ਤੁਸੀਂ ਬੋਰਡ ਦੀ ਪ੍ਰੀਖਿਆ ਦੇਣੀ ਹੈ ਤਾਂ ਬੋਰਡ ਦੀ ਪ੍ਰੀਖਿਆ ਦੇ ਵਿੱਚ ਤੁਹਾਡਾ ਪੇਪਰ ਜਿਹੜੇ ਚੈੱਕ ਹੋਣ ਲਈ ਜਾਣੇ ਆ ਤਾਂ ਇੱਕ ਇਹਦੀ ਜੇ ਲਾਜ਼ਮੀ ਸ਼ਰਤ ਹੁੰਦੀ ਹੈ ਵੀ ਅਸੀਂ ਉਹਦੇ ਵਿੱਚ ਆਪਦੀ ਕੋਈ ਆਇਡੈਂਟੀਟੀ ਨਹੀਂ ਦੱਸਣੀ ਵੀ ਅਸੀਂ ਕਿਹੜੇ ਸਕੂਲ ਦੇ ਬੱਚੇ ਆ, ਤਾਂ ਤੁਸੀਂ ਇੱਥੇ ਆਪਣੇ ਸਕੂਲ ਦਾ ਨਾਮ ਜਿਹੜਾ ਉਹ ਨਹੀਂ ਪਾਓਗੇ। ਤੁਸੀਂ ਸਿਰਫ ਸਰਕਾਰੀ ਮਿਡਲ ਸਕੂਲ ਜਾਂ ਸਰਕਾਰੀ ਹਾਈ ਜਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਿਖ ਕੇ ਸਕੂਲ ਦੇ ਜਿਹੜਾ ਪਿੰਡ ਦਾ ਨਾਮ ਹੈ ਉਹਦੀ ਥਾਂ ਤੇ ਡੈਸ਼ ਡੈਸ਼ ਪਾ ਕੇ ਕੌਮਾ ਪਾਓਗੇ। ਉਸ ਤੋਂ ਬਾਅਦ ਜ਼ਿਲ੍ਹਾ ਪਾ ਕੇ ਵੀ ਤੁਸੀਂ ਆਪਣੇ ਜ਼ਿਲ੍ਹੇ ਦਾ ਨਾਮ ਜਿਹੜਾ ਉਹ ਨਹੀਂ ਪਾਓਗੇ, ਉੱਥੇ ਜ਼ਿਲ੍ਹਾ ਪਾ ਕੇ ਡੈਸ਼ 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 ਪਾ ਕੇ ਤੁਸੀਂ ਉੱਥੇ ਡੰਡੀ ਪਾਓਗੇ। ਤਾਂ ਵਿਦਿਆਰਥੀਓ ਇਹ ਵੀ ਇੱਥੇ ਇੱਕ ਧਿਆਨ ਦੇਣ ਦੀ ਗੱਲ ਹੈ ਕਿ ਬੱਚੇ ਅਕਸਰ ਹੀ ਉਲਝ ਜਾਂਦੇ ਆ ਕਿ ਕਿੱਥੇ ਕੌਮਾ ਪਾਉਣਾ ਤੇ ਕਿੱਥੇ ਅਸੀਂ ਡੰਡੀ ਪਾਉਣੀ ਹੈ। ਤਾਂ ਇੱਥੇ ਅਸੀਂ ਦੇਖਣਾ ਕਿ ਪਹਿਲੇ ਨੰਬਰ ਤੇ ਸੇਵਾ ਵਿਖੇ ਹੈ, ਇੱਥੇ ਅਸੀਂ ਨਾ ਕੌਮਾ ਪਾਉਣਾ ਤੇ ਨਾ ਹੀ ਅਸੀਂ ਇੱਥੇ ਡੰਡੀ ਪਾਉਣੀ ਹੈ। ਉਸ ਤੋਂ ਬਾਅਦ ਹੈ ਮੁੱਖ ਅਧਿਆਪਕ, ਇੱਥੇ ਅਸੀਂ ਕੀ ਪਾਉਣਾ? ਕੌਮਾ ਪਾਉਣਾ। ਜਦੋਂ ਤੱਕ ਸਾਡੀ ਗੱਲ ਲਗਾਤਾਰ ਤੁਰ ਰਹੀ ਹੈ ਮੁੱਖ ਅਧਿਆਪਕ ਸਰਕਾਰੀ ਮਿਡਲ ਸਕੂਲ ਜ਼ਿਲ੍ਹਾ ਡੈਸ਼,
ਤਾਂ ਜ਼ਿਲ੍ਹੇ ਤੇ ਆ ਕੇ ਸਾਡੀ ਗੱਲ ਜਿਹੜੀ ਸਮਾਪਤ ਹੋ ਗਈ ਹੈ। ਤਾਂ ਉੱਤੋਂ ਅਸੀਂ ਕੋਮਾ ਪਾਉਂਦੇ ਆਵਾਂਗੇ, ਜ਼ਿਲ੍ਹੇ ਦੇ ਉੱਤੇ ਆ ਕੇ ਅਸੀਂ ਇੱਥੇ ਡੰਡੀ ਯਾਨੀ ਕਿ ਪੂਰਨ ਵਿਸ਼ਰਾਮ ਚਿੰਨ੍ਹ ਜਿਹੜਾ ਉਹ ਲਾ ਦੇਵਾਂਗੇ। ਉਸ ਤੋਂ ਬਾਅਦ ਅੱਗੇ ਆ ਸਾਡੇ ਕੋਲੇ ਸ਼੍ਰੀਮਾਨ ਜੀ ਜਾਂ ਸ਼੍ਰੀਮਤੀ ਜੀ, ਜੋ ਵੀ ਆ ਉਹ ਪਾ ਕੇ ਅਸੀਂ ਕੋਮਾ ਪਾਵਾਂਗੇ। ਤੇ ਵਿਚਕਾਰ ਜੋ ਤੁਹਾਡਾ ਮੰਨ ਲਓ ਮੇਨ ਕੰਟੈਂਟ ਹੈ, ਤੁਸੀਂ ਕੀ ਲਿਖ ਰਹੇ ਹੋ, ਫੀਸ ਮਾਫੀ ਲਈ ਅਰਜੀ ਲਿਖ ਰਹੇ ਹੋ, ਜੁਰਮਾਨਾ ਮਾਫੀ ਲਈ ਅਰਜੀ ਲਿਖ ਰਹੇ ਹੋ, ਜਾਂ ਮਹੱਲੇ ਦੀ ਸਫਾਈ ਲਈ ਅਰਜੀ ਲਿਖ ਰਹੇ ਹੋ, ਜੋ ਵੀ ਬਿਨੈ ਪੱਤਰ ਤੁਸੀਂ ਲਿਖ ਰਹੇ ਹੋ ਉਹ ਕੰਟੈਂਟ ਇਹਦੇ ਵਿੱਚ ਪਾਓਗੇ। ਅੰਤ ਦੇ ਵਿੱਚ ਧੰਨਵਾਦ ਸਾਹਿਤ ਜਿਹੜਾ। ਉਸ ਤੋਂ ਬਾਅਦ ਆਪ ਜੀ ਦਾ ਆਗਿਆਕਾਰੀ, ਜਾਂ ਜੇਕਰ ਤੁਸੀਂ ਸਰਪੰਚ ਨੂੰ ਲਿਖ ਰਹੇ ਹੋ ਯਾਨੀ ਕਿ ਮੁੱਖ ਅਧਿਆਪਕ ਤੋਂ ਇਲਾਵਾ ਜੇਕਰ ਕਿਸੇ ਨੂੰ ਲਿਖ ਰਹੇ ਹੋ ਤਾਂ ਤੁਸੀਂ ਇੱਥੇ ਆਗਿਆਕਾਰੀ ਨਹੀਂ ਪਾਓਗੇ, ਤੁਸੀਂ ਇੱਥੇ ਪਾਓਗੇ ਆਪ ਜੀ ਦਾ ਵਿਸ਼ਵਾਸ ਪੱਤਰ ਜਾਂ ਆਪ ਜੀ ਦੀ ਵਿਸ਼ਵਾਸ ਪੱਤਰ। ਜੇਕਰ ਮੁੱਖ ਅਧਿਆਪਕ ਨੂੰ ਲਿਖ ਰਹੇ ਹੋ ਫਿਰ ਆਪ ਜੀ ਦਾ ਜਾਂ ਦੀ ਆਗਿਆਕਾਰੀ, ਤੇ ਥੱਲੇ ਨਾਮ ਪਾਓਗੇ। ਉਸ ਤੋਂ ਬਾਅਦ ਨਾਮ ਪਾ ਕੇ ਵੀ ਤੁਸੀਂ ਇੱਥੇ ਡੈਸ਼ 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 ਹੀ ਪਾਓਗੇ, ਜਾਂ ਨਾਮ ਪਾ ਕੇ ਤੁਸੀਂ ਊੜਾ ਆੜਾ ਈੜੀ ਇੱਥੇ ਲਿਖ ਸਕਦੇ ਹੋ, ਪਰ ਆਪਣਾ ਜਿਹੜਾ ਅਸਲ ਨਾਮ ਹੈ ਉਹ ਤੁਸੀਂ ਇੱਥੇ ਨਹੀਂ ਪਾਉਣਾ ਕਿਉਂਕਿ ਬੋਰਡ ਦੀ ਪ੍ਰੀਖਿਆ ਹੈ। ਉਸ ਤੋਂ ਬਾਅਦ ਜਮਾਤ 8ਵੀਂ, ਉਸ ਤੋਂ ਬਾਅਦ ਡੰਡੀ ਲਾਉਣੀ ਹੈ ਤੁਸੀਂ, ਤੇ ਉੱਪਰ ਵਿਸ਼ਵਾਸ ਪੱਤਰ ਜਾਂ ਆਗਿਆਕਾਰੀ, ਉਸ ਤੋਂ ਬਾਅਦ ਕੌਮਾ, ਨਾਮ ਤੋਂ ਬਾਅਦ ਵੀ ਕੌਮਾ, ਕਿਉਂਕਿ ਗੱਲ ਲਗਾਤਾਰ ਤੁਰ ਰਹੀ ਹੈ। ਜਮਾਤ ਤੇ ਆ ਕੇ ਅਸੀਂ ਇਹਨੂੰ ਸਮਾਪਤ ਕਰ ਰਹੇ ਹਾਂ, ਇਸ ਲਈ ਇੱਥੇ ਅਸੀਂ ਡੰਡੀ ਪਾਵਾਂਗੇ। ਹੁਣ ਜੇਕਰ ਅਸੀਂ ਵਿਸ਼ਵਾਸ ਪੱਤਰ ਲਿਖਦੇ ਹਾਂ, ਕਹਿਣ ਤੋਂ ਭਾਵ ਵੀ ਜੇਕਰ ਅਸੀਂ ਸਰਪੰਚ ਨੂੰ ਲਿਖ ਰਹੇ ਹਾਂ ਜਾਂ ਪੋਸਟ ਮਾਸਟਰ ਨੂੰ ਲਿਖ ਰਹੇ ਹਾਂ ਤਾਂ ਅਸੀਂ ਇੱਥੇ ਆਪਦਾ ਜਮਾਤ ਨਹੀਂ ਲਿਖਾਂਗੇ, ਕਿਉਂਕਿ ਮੰਨ ਲਓ ਪੋਸਟ ਮਾਸਟਰ ਹੈ ਜਾਂ ਮੰਨ ਲਓ ਸਰਪੰਚ ਹੈ, ਉਹਨੂੰ ਸਾਡੀ ਜਮਾਤ ਨਾਲ ਕੋਈ ਮਤਲਬ ਨਹੀਂ, ਤਾਂ ਉੱਥੇ ਅਸੀਂ ਕੀ ਕਰਾਂਗੇ, ਉੱਥੇ ਅਸੀਂ ਪਤਾ ਲਿਖਾਂਗੇ। ਤਾਂ ਉੱਥੇ ਅਸੀਂ ਇੱਥੇ ਆਦਾ ਪਤਾ ਲਿਖਾਂਗੇ ਵਿਦਿਆਰਥੀਓ। ਉਸ ਤੋਂ ਅੱਗੇ ਆ ਸਾਡੇ ਕੋਲੇ ਹਾਂਜੀ ਵਿਦਿਆਰਥੀਓ, ਉਸ ਤੋਂ ਬਾਅਦ ਸਾਡੇ ਕੋਲੇ ਪ੍ਰਸ਼ਨ ਨੰਬਰ 14 ਬਿਲਕੁਲ ਹੀ ਆਏ ਮੈਂ ਕਹੂੰਗਾ ਵਿਦਿਆਰਥੀਓ ਕਿ ਤੁਹਾਡੇ ਲਈ ਇਹ ਮੁਫਤ ਦੇ ਨੰਬਰ ਹੈ। ਮੁਫਤ ਦੇ ਨੰਬਰ ਕਿਵੇਂ ਆ ਵੀ ਕੁਛ ਨਹੀਂ ਯਾਦ ਕਰਨਾ ਤੁਸੀਂ, ਤੁਹਾਡੇ ਅੱਖਰ ਪਏ ਨੇ ਉਹਨਾਂ ਦੇ ਨਾਲ ਲਗਾ ਮਾਤਰਾ ਜਾਂ ਲਗਾ ਅੱਖਰ ਲੱਗੇ ਹੋਏ ਨੇ, ਤੁਸੀਂ ਸਿਰਫ ਇਹਨਾਂ ਨੂੰ ਜੋੜਨਾ ਤੇ ਆਪਦੇ 8 ਅੰਕ ਜਿਹੜੇ ਪ੍ਰਾਪਤ ਕਰਨੇ। ਕੋਈ ਵੀ 8 ਸਾਰਥਕ ਸ਼ਬਦ ਹੈ, ਜਿਵੇਂ ਪਹਿਲੇ ਨੰਬਰ ਤੋਂ ਆਪਾਂ ਉੱਤੇ ਨੂੰ ਥੱਲੇ ਨੂੰ ਜਾਣਾ, ਉੱਤੋਂ ਥੱਲੇ ਨੂੰ ਤੇ ਖੱਬੇ ਤੋਂ ਸੱਜੇ ਨੂੰ, ਜਿਵੇਂ ਪਹਿਲੇ ਨੰਬਰ ਤੇ ਹੀ ਹੈ ਭੂਆ ਸ਼ਬਦ ਬਣਦਾ ਪਿਆ, ਠੀਕ ਹੈ ਜੀ। ਉਸ ਤੋਂ ਬਾਅਦ ਉਹਦੇ ਥੱਲੇ ਇਸ਼ਨਾਨ ਸ਼ਬਦ ਬਣਦਾ ਪਿਆ, ਇੱਧਰ ਸਾਈਡ ਤੇ ਆਪਾਂ ਦੇਖੀਏ ਚੌਥੀ ਲਾਈਨ ਦੇ ਵਿੱਚ ਪਿਤਾ ਸ਼ਬਦ ਬਣਦਾ ਪਿਆ, ਠੀਕ ਹੈ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਇਹਦੇ ਵਿੱਚੋਂ ਸ਼ਬਦ ਚੁਣਨੇ ਆ। ਇਹਦੇ ਵਿੱਚ ਇੱਕ ਖਾਸ ਖਿਆਲ ਰੱਖਣਾ ਵਿਦਿਆਰਥੀਓ ਕਿ ਤੁਸੀਂ ਕੋਈ ਕਿਰਿਆ ਨਾ ਚੁਣਿਓ, ਜਿਵੇਂ ਕਈ ਵਾਰੀ ਵਿਦਿਆਰਥੀ ਆਪਦੇ ਲੋ ਕਿਰਿਆ ਬਣਾ ਦਿੰਦੇ, ਜਿਵੇਂ ਗਿਆ ਆਇਆ, ਇਹੋ ਜਿਹੇ ਸ਼ਬਦ ਨਹੀਂ, ਕੋਈ ਸਾਰਥਕ ਸ਼ਬਦ ਚੁਣੋ ਤੁਸੀਂ, ਠੀਕ ਹੈ ਜੀ, ਜਿਨ੍ਹਾਂ ਨੂੰ ਆਪਾਂ ਨਾਮ ਦਾ ਰੂਪ ਕਹਿ ਸਕਦੇ ਹਾਂ। ਨਾਮ ਚੁਣਨੇ ਆ ਤੁਸੀਂ ਇਹਦੇ ਵਿੱਚੋਂ, ਕੋਈ ਵੀ 8 ਨਾਮ ਚੁਣੋ ਤੇ ਤੁਹਾਡੇ 8 ਨੰਬਰ ਜਿਹੜੇ ਆ ਉਹ ਬਿਲਕੁਲ ਹੀ, ਕਿਉਂਕਿ ਇਹਦੇ ਵਿੱਚ ਗਲਤੀ ਦੀ ਕੋਈ ਗੁੰਜਾਇਸ਼ ਹੀ ਹੈ ਨਹੀਂ, ਨਾ ਹੀ ਸ਼ਬਦ ਜੋੜ ਦੀ ਗਲਤੀ ਦੀ ਗੁੰਜਾਇਸ਼ ਹੈ, ਕਿਉਂਕਿ ਤੁਸੀਂ ਦੇਖ ਕੇ ਲਿਖਣਾ ਇਹਦੇ ਵਿੱਚ। ਤਾਂ ਇਹ 8 ਜੇ ਤੁਸੀਂ ਸ਼ਬਦ ਚੁਣਦੇ ਹੋ ਸਾਰਥਕ, ਤਾਂ ਤੁਹਾਡੇ ਜਿਹੜੇ 8 ਦੇ 8 ਨੰਬਰ ਆ ਉਹ ਪੱਕੇ ਨੇ। ਉਸ ਤੋਂ ਬਾਅਦ ਵਿਦਿਆਰਥੀਓ ਸਾਡੇ ਕੋਲੇ 15ਵਾਂ ਪ੍ਰਸ਼ਨ ਜਿਹੜਾ ਸਾਡਾ ਆਖਰੀ ਪ੍ਰਸ਼ਨ ਹੈ, ਇਹਦੇ ਵਿੱਚ ਕੀ ਹੈ, ਸਾਡੇ ਕੋਲੇ ਨਾਮ, ਪੜਨਾਮ, ਕਿਰਿਆ ਵਿਸ਼ੇਸ਼ਣ ਜਾਂ ਇਸ ਦੇ ਨਾਲ ਕੋਈ ਵੀ ਵਿਆਕਰਨ ਦੇ ਆਧਾਰ ਦੇ ਉੱਤੇ ਪ੍ਰਸ਼ਨ ਜਿਹੜਾ ਤੁਹਾਨੂੰ ਆ ਜਾਵੇਗਾ। ਤਾਂ ਇਹਦੇ ਵਿੱਚ ਕੀ ਹੈ, ਜਿਵੇਂ ਪ੍ਰਸ਼ਨ ਆ ਸਕਦਾ ਨਾਮ ਦੀ ਪਰਿਭਾਸ਼ਾ ਲਿਖੋ, ਪੜਨਾਮ ਦੀ ਪਰਿਭਾਸ਼ਾ ਲਿਖੋ, ਕਿਰਿਆ ਦੀ ਪਰਿਭਾਸ਼ਾ, ਵਿਸ਼ੇਸ਼ਣ ਦੀ ਪਰਿਭਾਸ਼ਾ, ਸੰਬੰਧਕ ਦੀ ਪਰਿਭਾਸ਼ਾ, ਯੋਜਕ ਦੀ ਪਰਿਭਾਸ਼ਾ, ਵਿਸਮਕ ਦੀ ਪਰਿਭਾਸ਼ਾ ਜਾਂ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ। ਇਹਨਾਂ ਦੇ ਵਿੱਚੋਂ ਕੋਈ ਵੀ ਪਰਿਭਾਸ਼ਾ ਤੁਹਾਨੂੰ ਵਿਦਿਆਰਥੀਓ ਲਿਖਣ ਲਈ ਆ ਸਕਦੀ ਹੈ। ਤਾਂ ਇਹਦੇ 3 ਨੰਬਰ ਜਿਹੜੇ ਹੋਣਗੇ, ਇਹਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਕਰਦੇ ਹਾਂ ਵੀ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਅਟੈਂਪਟ ਕਰਨਾ। ਪਹਿਲੇ ਨੰਬਰ ਤੇ ਅਸੀਂ ਗੱਲ ਕਰਦੇ ਹਾਂ ਲਗਾਂ ਦੀ। ਤਾਂ ਜੇਕਰ ਤੁਹਾਨੂੰ ਆ ਜਾਂਦਾ ਵੀ ਲਗਾਂ ਦੀ ਪਰਿਭਾਸ਼ਾ ਦਿਓ, ਤਾਂ ਇਹਦੇ ਵਿੱਚ ਕੀ ਹੈ, ਤੁਸੀਂ ਸਿਰਫ ਕੀ ਲਿਖਣਾ, ਜਾਂ ਦੇਖੋ ਇਹਦੇ ਨਾਲ ਕੱਲੀ ਪਰਿਭਾਸ਼ਾ ਵਾਲਾ ਨਹੀਂ, ਇਹਦੇ ਨਾਲ ਪਹਿਲੇ ਨੰਬਰ ਤੇ ਜਿਹੜੇ ਚੌਥਾ, ਪੰਜਵਾਂ, 6ਵਾਂ ਤੇ 7ਵਾਂ ਤੇ ਉਸ ਤੋਂ ਬਾਅਦ ਸ਼ਾਇਦ 10ਵਾਂ ਪ੍ਰਸ਼ਨ ਸੀਗਾ, ਤੇ ਉਸ ਤੋਂ ਬਾਅਦ ਇਹ 15ਵਾਂ ਪ੍ਰਸ਼ਨ, ਇਹ ਸਾਰੇ ਦੇ ਸਾਰੇ ਪ੍ਰਸ਼ਨ ਯਾਨੀ ਕਿ 20 ਨੰਬਰ ਉਹ 20 ਤੇ 3 23 ਤੇ 2 25 ਨੰਬਰ ਜਿਹੜੇ ਆ ਤੁਹਾਡੇ ਵਿਆਕਰਨ ਤੋਂ। ਇਹਨਾਂ ਚੀਜ਼ਾਂ ਨੂੰ ਜੇਕਰ ਤੁਸੀਂ ਪੜ੍ਹ ਲੈਂਦੇ ਹੋ, ਜਿਹੜੀ ਮੈਂ ਪੀਪੀਟੀ ਬਣਾਈ ਹੈ ਇਹ ਮੈਂ ਸ਼ੇਅਰ ਵੀ ਕਰ ਦੇਵਾਂਗਾ ਬੱਚਿਓ, ਜੇਕਰ ਤੁਸੀਂ ਇਸ ਪੀਪੀਟੀ ਨੂੰ ਹੀ ਪੜ੍ਹ ਲੈਂਦੇ ਹੋ ਤਾਂ ਤੁਹਾਡੇ ਇਹ 25 ਨੰਬਰ ਜਿਹੜੇ ਆ ਉਹ ਸਮਝ ਲਓ ਵੱਟ ਤੇ ਪਏ ਨੇ। ਜਿਵੇਂ ਲਗਾਂ ਆ ਜਾਂਦਾ, ਤੁਹਾਨੂੰ ਤੁਸੀਂ ਲਿਖਣਾ ਕੀ ਹੈ ਵੀ ਲਗਾਂ ਸਵਰ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਲਿਪੀ ਚਿੰਨ੍ਹ ਹਨ, ਠੀਕ ਹੈ ਜੀ। ਤੇ ਅੱਖਰਾਂ ਤੋਂ ਬਿਨਾਂ ਲਗਾਂ ਦਾ ਕੋਈ ਵੀ ਮਹੱਤਵ ਨਹੀਂ ਹੈ। ਗੁਰਮੁਖੀ ਲਿਪੀ ਵਿੱਚ 10 ਲਗਾਂ ਹਨ, ਤਾਂ ਇਹ 10 ਲਗਾਂ ਜਿਹੜੀਆਂ ਤੁਸੀਂ ਉੱਥੇ ਲਿਖ ਦੇਣੀਆਂ ਨੇ, ਜਿਵੇਂ ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦਲੈਂਕੜ, ਲਾਂ, ਦੁਲਾਵਾਂ, ਖੋੜਾ, ਕਨੌੜਾ।
इन्ना लिखण ते तुहाडे जिहड़े 3 नंबर आ वो पक्के हो जाते हैं। उस तो बाद जिवें अगला क्वेश्चन आ सकदा लगाखर की हुंदे ने, तां अखरां ते लगां दे मेल तो लगाखर बनदा है। इन्हां चिन्हां दी वरतों अखरां दे नाल हुंदी है। ते पंजाबी दे विच साडे कोल गुरमुखी विच किन्ने लगाखर ने? 3 लगाखर ने, बिंदी, टिप्पी ते अदक। तां इह उन्हां 25 जिहड़े साडे कोले नंबर ने, इह उन्हां दे विचों जिहड़े प्रश्न है वो बनने ने। तां उस तो बाद जिवें आ सकदा तुहानूं वचन तो की भाव है जां वचन दी परिभाषा दिओ, तां असीं लिख सकदे हां कि वचन शब्द दे जिस रूप तो किसी जीव वस्तु स्थान आदि की गिनती में एक या एक तो वध होने का पता लगे उसनों वचन आखते हैं। तो पंजाबी में वचन जिहड़े आ दो प्रकार के हैं, एक वचन ते बहुवचन। एक वचन जिवें कुर्सी ते बहुवचन जिवें कुर्सियां। तो विद्यार्थियों इस तो अगे इहनूं आपां ज़्यादा व्याख्या में नहीं जाना, क्योंकि तुहानूं 3 नंबर है, तो 3 नंबर दे विच इन्ना क जिहड़ा आंसर है तुहाडे लई ओह बिल्कुल ही सफिशिएंट है, जां बिल्कुल ही सही है। उस तो बाद जिवें अगला तुहानूं प्रश्न आ सकदा भी लिंग तो की भाव है, ठीक है, जां कोई प्रश्न आके उहदे विच तुहानूं कहा जा सकदा भी इहदा लिंग बदलो वाक दा। तो इस तरीके का यानी कि कोई भी प्रश्न आ सकता, पर जेकर तुसीं इहनूं पढ़ के जाओगे कि लिंग तो भाव की है जां वचन तो भाव की है, तो तुसीं किसी भी इन्हां 25 नंबर वाले प्रश्न का आंसर है, उत्तर है, वो आसानी दे नाल ओह दे सकते हो। तो जिवें इहदे विच की है, लिंग शब्दां दे जिस रूप तो जनाने ते मर्दाने भेद का पता लगे उसनूं लिंग कहा जाता है। लिंग दो प्रकार के हैं, पुलिंग ते इस्त्रीलिंग। पुलिंग तो भाव है जिवें मुंडा, दादा, ठीक है, पिता। तो इस्त्रीलिंग तो भाव की है कुड़ी, दादी, माता, ठीक है जी। उस तो बाद विद्यार्थियों साडे कोल अगे है व्याकरण के प्रश्न जिवें होर ने भी व्याकरण के मुख तौर पर किन्ने भाग ने, तुहानूं प्रश्न आ सकदा। तो ये की है व्याकरण के मुख तौर पर 4 भाग ने। ये वस्तुनिष्ठ प्रश्न भी आ सकदा तुहानूं ते बहुविकल्पी भी आ सकदा भी व्याकरण के मुख तौर पर किन्ने भाग हैं, तुहानूं थल्ले उत्तर दित्ते होणगे 1 2 3 या 4। जां ये आ सकदा व्याकरण के मुख तौर पर किन्ने भाग हैं, थल्ले उहदे क्वेश्चन दिता होऊगा, तुसीं अपने वल्लों लिखना। तो किहड़े भाग ने इहदे? सब तो छोटा हुंदा धुनी, क्योंकि जदों भी असीं मान लो किसी बोलना शुरू करते किसी भाषा नूं, तां सब तो पहला धुनी निकलदी है, ठीक है जी। दूजे नंबर ते धुनियां नूं मिल के की बनदे है? शब्द, ठीक है जी। तो शब्द तो बाद की आउंदा? अर्थबोध, ते अर्थबोध तो बाद की आउंदा? वाकबोध। तां एक ये भी प्रश्न आ सकदा जिवें भी सब तो किसी भाषा की वड्डी इकाई किहड़ी है, तो किहड़ी हुंदी है? वाक, क्योंकि वाक दे विच असीं किसी भी गल नूं बिल्कुल स्पष्ट तौर ते जिहड़ी है वो समझ सकते हैं। उस तो बाद अगला प्रश्न जिवें बन सकदा भी स्वर तो की भाव है, जां पंजाबी विच किन्ने स्वर ने। विद्यार्थियों इत्थे ध्यान देण वाली गल है भी स्वर ते स्वर धुनियां दो वखरियां वखरियां जिहड़े सानूं प्रश्न ने। स्वर हुंदे है जिवें ऊड़ा, आड़ा ते ईड़ी। स्वर की हुंदे है? स्वर वो धुनियां ने भी जदों असीं बोलदे हैं तो साडे मूँह चों आवाज़ जिहड़ी है बिल्कुल बेरोक टोक निकलदी है, जिवें अ, उ, ठीक है, ओ, ए, ऐ, ओ, ठीक है। तो इस तरीके नाल बिल्कुल बिना रुके आवाज़ किसी भी शरीर के मान लो जो मूँह के अंग है जिहड़े साडे है उन्हां नाल नहीं टकराउंदी। तो पंजाबी विच साडे कोले 3 स्वर अखर ने। तो इन्हां 3 स्वर अखरां तो मिल के जिहड़ियां धुनियां बनदियां ने वो साडे कोले 10 है। जिवें असीं इत्थे फार्मूला लाउणे आ 343 दा। 343 ਦਾ ਭਾਵ ਕੀ ਹੈ ਵੀ ਊੜੇ ਦੇ ਨਾਲ, ਇੱਥੇ ਗਲਤੀ ਨਾਲ ਆੜਾ ਪੈ ਗਿਆ, ਊੜੇ ਨਾਲ ਸਾਨੂੰ 3 ਲਗਾ ਜਿਹੜੀਆਂ ਲੱਗਦੀਆਂ ਤੇ ਐੜੇ ਨਾਲ 4 ਲੱਗਦੀਆਂ ਤੇ ਈਡੀ ਦੇ ਨਾਲ ਸਾਡੇ ਕੋਲੇ ਜਿਹੜੀਆਂ ਉਹ 3 ਲਗਾ ਜਿਹੜੀਆਂ ਉਹ ਲੱਗਦੀਆਂ ਨੇ। ਸੋ ਵਿਦਿਆਰਥੀਓ ਸਾਡੇ ਕੋਲੇ ਹਜੇ ਹੋਰ ਕਾਫੀ ਕੁਝ ਹੈ ਇਹਦੇ ਬਾਰੇ ਦੱਸਣ ਲਈ। ਜਿਹੜੀ ਇਹ ਪੀਪੀਟੀ ਹੈ ਉਹ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗਾ, ਕਿਉਂਕਿ ਸਾਨੂੰ ਇੱਕ ਨਿਰਧਾਰਤ ਸਮਾਂ ਦਿੱਤਾ ਗਿਆ, ਇਸ ਤੋਂ ਬਾਅਦ ਅਗਲੀ ਕਲਾਸ ਵੀ ਲੱਗਣੀ ਹੈ। ਤਾਂ ਇਹ ਪੀਪੀਟੀ ਜਿਹੜੀ ਹੈ ਤੁਸੀਂ ਜ਼ਰੂਰ ਦੇਖਣੀ ਹੈ। ਇਸ ਤੋਂ ਬਾਅਦ ਅੱਗੇ ਮੈਂ ਨਾਮ ਬਾਰੇ ਇਹਦੇ ਵਿੱਚ ਦੱਸਿਆ ਗਿਆ ਕਿ ਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਨੇ, ਜਾਂ ਤੁਸੀਂ ਉੱਥੇ ਜੇ ਮੰਨ ਲਓ ਤੁਹਾਨੂੰ ਪ੍ਰਸ਼ਨ ਆ ਜਾਂਦਾ ਵੀ ਨਾਮ ਤੋਂ ਕੀ ਭਾਵ ਹੈ, ਨਾਮ ਦੀ ਪਰਿਭਾਸ਼ਾ, ਤਾਂ ਨਾਮ ਦੀ ਪਰਿਭਾਸ਼ਾ ਲਿਖ ਕੇ ਤੁਸੀਂ ਸਿਰਫ ਇਹਦੇ ਪ੍ਰਕਾਰ ਹੀ ਦੱਸਣੇ ਆ ਕਿੰਨੇ। ਇਵੇਂ ਪੜਨਾਮ ਦੀ ਪਰਿਭਾਸ਼ਾ ਲਿਖ ਕੇ ਸਿਰਫ ਇਹਦੇ ਪ੍ਰਕਾਰ ਦੱਸਣੇ ਆ। ਇਵੇਂ ਹੀ ਅੱਗੇ ਯੋਜਕ ਦੀ ਪਰਿਭਾਸ਼ਾ, ਸਿਰਫ ਇਹਦੇ ਪ੍ਰਕਾਰ, ਕਿਰਿਆ ਵਿਸ਼ੇਸ਼ਣ, ਵਿਸਮਿਕ, ਸਿਰਫ ਇਹਦੀ ਪਰਿਭਾਸ਼ਾ 1 ਜਾਂ 2 ਲਾਈਨਾਂ 'ਚ ਦੇ ਕੇ ਤਾਂ ਇਹਦੇ ਪ੍ਰਕਾਰ ਜਿਹੜੇ ਆ ਉਹ ਦੱਸਣੇ ਆ। ਤਾਂ ਉਮੀਦ ਕਰਦਾ ਵਿਦਿਆਰਥੀਓ ਕਿ ਅੱਜ ਦੀ ਜੋ ਇਹ ਜਮਾਤ ਹੈ ਇਹਦੇ ਵਿੱਚ ਤੁਹਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਤੇ ਮੈਂ ਇਸ ਉਮੀਦ ਦੇ ਨਾਲ ਕਿ ਜੋ ਸਾਡੀਆਂ ਪ੍ਰੀਖਿਆਵਾਂ ਜਲਦ ਹੋਣ ਜਾ ਰਹੀਆਂ ਨੇ ਉਸ ਸਾਰੇ ਦੇ ਵਿੱਚ ਹੀ ਅਸੀਂ ਪੰਜਾਬ ਸਰਕਾਰ ਦੇ ਉਪਰਾਲੇ ਮਿਸ਼ਨ 100% ਤੇ ਸਾਡੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਉਪਰਾਲੇ ਮਿਸ਼ਨ 100% ਨੂੰ 4 ਚੰਨ ਲਗਾਵਾਂਗੇ। ਇਸ ਦੇ ਨਾਲ ਹੀ ਮੇਰੇ ਗੁਰਪ੍ਰੀਤ ਸਿੰਘ ਰੂਪਰਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ।